ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹਾਦਰ ਹੋਤ ਜਹਾਂ ਸਿਮਰੇ ਸੁਖ ਸਾਦਰ ਜਾਹੇ ਪਿਖੇ ਸੁਰ ਸਾਦਰ ਸਾਧ ਰਚੇ ਇਕ ਆਤਮ ਗਿਆਨ ਵੱਡੀ ਵਿਸ਼ਿਆ ਤਪ ਕੋ ਬੜ ਬਾਦਰ ਬਾਦ ਰਹਿ ਸਿੱਖ ਖੈ ਨਰ ਜੋ ਜਿਨ ਜਾਣਿਓ ਨਹੀਂ ਜੋ ਇਹੀ ਜਗ ਕਾਦਰ ਕਾ ਦਰ ਹੈ ਜਮ ਕੋ ਤਿਨ ਭੀਤਰ ਅੰਤ ਭਜੇ ਗੁਰੂ ਤੇਗ ਬਹਾਦਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ
ਸਾਹਿਬ ਜੀ। ਸੋਰਠ ਮਹੱਲਾ ਨਾਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰੇ ਮਨ ਰਾਮ ਸਿਉ ਕਰ ਪ੍ਰੀਤ। ਸ਼ਰਵਣ ਗੋਬਿੰਦ ਗੁਣ ਸੁਨਾਉ। ਹਰ ਗਾਉ ਰਸਨਾ ਗੀਤ। ਰੇ ਮਨ ਰਾਮ ਸਿਉ ਕਰ ਪ੍ਰੀਤ। ਸ਼ਰਵਣ ਗੋਬਿੰਦ ਗੁਣ ਸੁਨਾਉ। ਹਰ ਗਾਉ ਰਸਨਾ ਗੀਤ। ਰਹਾਉ ਕਰ ਸਾਧ ਸੰਗਤ ਸਿਮਰ ਮਾਧੋ। ਹੋਏ ਪਤਿਤ ਪੁਨੀਤ। ਕਾਲ ਬਿਆਲ ਜਿਉ ਪਰਿਉ ਡੋਲੈ। ਮੁਖ ਪਸਾਰੇ ਮੀਤ। ਆਜ ਕਾਲ ਫੁਨ ਤੋਹੇ ਗ੍ਰਸ ਹੈ। ਸਮਝ ਰਾਖੋ ਚੀਤ। ਕਹਿ ਨਾਨਕ ਰਾਮ ਭਜ ਲੈ। ਜਾਤ ਅਵਸਰ ਬੀਤ। ਆਜ ਕਾਲ ਫੁਨ ਤੋਹੇ ਗ੍ਰਸ ਹੈ। ਸਮਝ ਰਾਖੋ ਚੀਤ। ਕਹਿ ਨਾਨਕ ਰਾਮ ਭਜ ਲੈ। ਜਾਤ ਅਵਸਰ ਬੀਤ। ਸੋਰਠ ਮਹੱਲਾ ਨਾਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰੇ ਮਨ ਰਾਮ ਸਿਉ ਕਰ ਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਿਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਖਜੂਰੀ ਦੇ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਸਰਵਣ ਕਰਕੇ ਸੇਵਾ ਕਰਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਸਫਲ ਬਣਾ ਰਹੇ ਹਾਂ। ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਸੇਵਾ, ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ, ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ,
ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਕਥਾ ਦੀ ਬਾਬਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਉਹਦੇ ਜਸ ਨੂੰ ਕਰਨਾ, ਉਹਦੇ ਗੁਣਾਂ ਦੀ ਵਿਚਾਰ ਕਰਨੀ, ਇਹਦੇ ਵਿੱਚ ਕੀ ਲਾਭ ਹੁੰਦੇ ਹੈ, ਕੀ ਸਾਨੂੰ ਸਿੱਖਿਆ ਮਿਲਦੀ ਹੈ। ਤਾਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਸਤਿਗੁਰੂ ਜੀ ਕਹਿੰਦੇ ਸਭ ਤੋਂ ਉੱਤਮ ਸਾਰੀਆਂ ਕਥਾ ਕਹਾਣੀਆਂ ਦੇ ਵਿੱਚੋਂ ਜੇ ਸ੍ਰੇਸ਼ਟ ਕਥਾ ਹੈ ਤੇ ਉਹ ਪਰਮਾਤਮਾ ਦੇ ਜਸ ਦੀ ਹੈ। ਉਹ ਕੇਵਲ ਤੇ ਕੇਵਲ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ, ਉਹ ਕਥਾ ਹੈ। ਜਿਸ ਕਥਾ ਦੇ ਅੰਦਰ ਨਾਮ ਦੀ ਮਹਿਮਾ ਹੈ ਤੇ ਜਿਸ ਨਾਮ ਨੂੰ ਸੁਣਨੇ ਕਰਕੇ ਜਿੰਨੇ ਦਰਦ ਤੇ ਦੁੱਖ ਹੈ ਉਹ ਲਹਿ ਜਾਂਦੇ ਹੈ। ਇਸ ਕਰਕੇ ਸਤਿਗੁਰਾਂ ਨੇ ਸਾਧ ਸੰਗਤ ਕਾਇਮ ਕੀਤੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਿਗੁਰਾਂ ਦਾ ਇਹ ਸਿਧਾਂਤ ਸੀ, ਇਹ ਸਿੱਖਿਆ ਸੀ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਵਾ। ਸਤਿਗੁਰੂ ਜੀ ਕਹਿੰਦੇ ਹਨ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਜਿਨ੍ਹਾਂ ਘਰਾਂ ਦੇ ਅੰਦਰ ਸ਼ਾਮ ਸਵੇਰੇ ਗੁਰੂ ਕੀ ਪਾਵਨ ਬਾਣੀ ਦਾ ਜਾਪ ਪਾਠ ਹੁੰਦਾ, ਕੀਰਤਨ ਹੁੰਦਾ, ਕੋਈ ਬਾਣੀ ਪੜ੍ਹਦਾ, ਕੋਈ ਨਾਮ ਜਪਦਾ ਹੈ, ਉਹ ਘਰ ਧਰਮਸ਼ਾਲਾ ਬਣ ਜਾਂਦਾ। ਧਰਮਸ਼ਾਲਾ ਦਾ ਭਾਵ ਹੁੰਦਾ ਧਰਮ ਦਾ ਘਰ। ਘਰ ਤੇ ਬੜੇ ਹੈ ਸੰਸਾਰ ਦੇ ਅੰਦਰ, ਬੜੇ ਬੜੇ ਵੱਡੇ ਪਿੰਡ ਹੈ, ਸ਼ਹਿਰ ਹੈ, ਇੱਥੋਂ ਤੱਕ ਕਿ ਦੇਸ਼ ਹੈ ਵੱਡੇ ਵੱਡੇ, ਪਰ ਕੋਈ ਧਰਮ ਦਾ ਘਰ ਹੋਵੇ, ਜਿੱਥੇ ਕੋਈ ਧਰਮੀ ਲੋਕ ਸ਼ਾਮ ਸਵੇਰੇ ਬਾਣੀ ਪੜ੍ਹਦੇ ਸੁਣਦੇ ਹੈ, ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹੈ, ਉਹ ਸਤਿਗੁਰੂ ਜੀ ਕਹਿੰਦੇ ਸਾਧ ਸੰਗਤ ਕਾਇਮ ਕੀਤੀ ਸਤਿਗੁਰਾਂ ਨੇ। ਤੇ ਸਾਧ ਸੰਗਤ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਮਹਿਮਾ, ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਸਾਧ ਸੰਗਤ ਕੈਸੀ ਜਾਣੀਐ, ਜਿੱਥੈ ਇੱਕੋ ਨਾਮ ਵਖਾਣੀਐ। ਕਿ ਉਹ ਸਾਧ ਸੰਗਤ ਹੈ ਜਿੱਥੇ ਨਾਮ ਦੀ ਵਿਚਾਰ ਹੁੰਦੀ ਹੈ, ਜਿੱਥੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਉਹਦੇ ਗੁਣਾਂ ਦਾ ਵਿਖਿਆਨ ਕੀਤਾ ਜਾਂਦਾ ਹੈ, ਉਹ ਸਾਧ ਸੰਗਤ ਹੈ। ਸਤਿਗੁਰਾਂ ਨੇ ਸਾਡੇ ਉੱਪਰ ਬੜੀ ਮਹਾਨ ਕਿਰਪਾ ਕੀਤੀ ਹੈ, ਜੋ ਆਪਾਂ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹਾਂ। ਸੋ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਬਾਣੀ ਉਚਾਰਨ ਕੀਤੀ ਹੋਈ ਸੋਰਠ ਰਾਗ ਦੇ ਅੰਦਰ ਪ੍ਰਾਰੰਭ ਹੋ ਰਹੀ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਰਉਪਕਾਰ ਇਸ ਸੰਸਾਰ ਦੇ ਅੰਦਰ ਸਭ ਤੋਂ ਵਿਲੱਖਣ ਹਨ, ਜਿਨ੍ਹਾਂ ਨੇ ਇੱਕ ਅਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਹੈ। ਧਾਰਮਿਕ ਵਿਦਵਾਨਾਂ ਨੇ, ਬੜੇ ਬੜੇ ਇਤਿਹਾਸਕਾਰਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਨੂੰ ਅਦੁੱਤੀ ਸ਼ਹਾਦਤ ਲਿਖਿਆ ਕਿ ਜਿਸ ਵਰਗੀ ਕਿਸੇ ਹੋਰ ਨੇ ਸ਼ਹਾਦਤ ਨਾ ਕੀਤੀ ਹੋਵੇ। ਭਾਵੇਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਅਕਾਲ ਪੁਰਖ ਪਰਮੇਸ਼ਰ ਦੀ ਪੂਜਾ ਕਰਨ ਵਾਲੇ, ਅਕਾਲ ਪੁਰਖ ਦੇ ਲੜ ਲਾਉਣ ਵਾਲੇ, ਪਰ ਜਦੋਂ ਸੰਸਾਰ ਦੇ ਅੰਦਰ ਜ਼ੁਲਮ ਹੋਇਆ, ਕਿਸੇ ਦੇ ਧਰਮ 'ਤੇ ਸੰਕਟ ਬਣਿਆ, ਤਿਲਕ ਤੇ ਜੰਝੂ 'ਤੇ ਸੰਕਟ ਬਣਿਆ, ਤਾਂ ਉਸ ਸਮੇਂ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ
ਆਪਣਾ ਆਪਾ ਕੁਰਬਾਨ ਕਰ ਦੇਣਾ, ਇਹ ਅਦੁੱਤੀ ਤੇ ਲਸਾਨੀ ਸ਼ਹਾਦਤ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਦੇ ਅੰਦਰ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹਿ ਸਾਕਾ ਧਰਮ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਇਸੇ ਪ੍ਰਕਾਰ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਣ ਠੀਕਰ ਹੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੀ ਮਹਿਮਾ ਕਰਦਿਆਂ ਹੋਇਆਂ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਬਚਨ ਲਿਖੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਜਦੋਂ ਆਪਾਂ ਅਰਦਾਸ ਕਰਦੇ ਹਾਂ, ਤੇ ਅਰਦਾਸ ਦੇ ਅੰਦਰ ਜਿਹੜੀ ਪਹਿਲੀ ਪੌੜੀ ਪੜ੍ਹੀ ਜਾਂਦੀ ਹੈ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਹੈ ਦਸਮ ਬਾਣੀ ਦੇ ਅੰਦਰ, ਜਿਸ ਦੇ ਅੰਦਰ ਚੰਡੀ ਦੀ ਵਾਰ ਦੇ ਅੰਦਰ ਇਹ ਪਹਿਲੀ ਪੌੜੀ ਉਚਾਰਨ ਕੀਤੀ ਸਤਿਗੁਰਾਂ ਨੇ, ਜਿੱਥੋਂ ਖਾਲਸੇ ਦੀ ਅਰਦਾਸ ਆਰੰਭ ਹੁੰਦੀ ਹੈ। ਉਸ ਦੇ ਅੰਦਰ ਬਚਨ ਆਉਂਦੇ ਹਨ, ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਹਨ ਕਿ ਜਿਨ੍ਹਾਂ ਦਾ ਨਾਮ ਧਿਆਉਣ ਦੇ ਨਾਲ ਸਾਰੇ ਖਜ਼ਾਨੇ ਸਾਰੀਆਂ ਨਿਧੀਆਂ ਘਰ 'ਚ ਆ ਜਾਂਦੀਆਂ। ਜਿੱਥੇ ਵੀ ਕੋਈ ਉਹਨਾਂ ਨੂੰ ਯਾਦ ਕਰਦਾ ਹੈ, ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਸਾਰੀਆਂ ਥਾਵਾਂ 'ਤੇ ਸਤਿਗੁਰੂ ਜੀ ਸਹਾਈ ਹੋਏ ਹੈ। ਜੇ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਡੁੱਬ ਰਿਹਾ ਸਮੁੰਦਰ ਦੇ ਅੰਦਰ, ਤੇ ਉਹ ਯਾਦ ਕਰਦਾ 500 ਮੋਹਰ ਦੀ ਅਰਦਾਸ ਕਰਦਾ ਕਿ ਸਤਿਗੁਰੂ ਜੀ ਮੇਰਾ ਬੇੜਾ ਬੰਨੇ ਲਾ ਦਿਓ, ਤੇ ਸਤਿਗੁਰੂ ਜੀ ਉੱਥੇ ਵੀ ਉਹਦੀ ਸਹਾਇਤਾ ਕਰਦੇ। ਇਸ ਪ੍ਰਕਾਰ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਹਨ ਇਤਿਹਾਸ ਦੇ ਅੰਦਰ ਕਿ ਹਾਦਰ ਹੋਤ ਜਹਾਂ ਸਿਮਰੇ ਸੁਖ ਸਾਗਰ ਜਾਹੇ ਪਿੱਖੇ ਸੁਰ ਸਾਦਰ ਸਾਧ ਰਚੇ ਇੱਕ ਆਤਮ ਗਿਆਨ ਵੱਡੀ ਵਿਸ਼ਿਆ ਤਪ ਕੋ ਵੱਡ ਬਾਦਰ ਬਾਦ ਰਹਿ ਸਿੱਖ ਹੈ ਨਰ ਜੋ ਜਿਨ ਜਾਣਿਓ ਨਹੀਂ ਜੋ ਇਹੀ ਜਗ ਕਾਦਰ ਕਾ ਦਰ ਹੈ ਜਮ ਕੋ ਤਿਨ ਭੀਤਰ ਅੰਤ ਭਜੇ ਗੁਰੂ ਤੇਗ ਬਹਾਦਰ। ਕਵੀ ਜੀ ਲਿਖਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਕੋਈ ਯਾਦ ਕਰਦਾ ਉੱਥੇ ਹਾਜ਼ਰ ਹੋ ਜਾਂਦੇ। ਇੱਥੋਂ ਤੱਕ ਕਿ ਦੇਵੀ ਦੇਵਤੇ ਵੀ ਸਤਿਗੁਰਾਂ ਦੇ ਦਰਸ਼ਨਾਂ ਨੂੰ ਲੋਚਦੇ ਹੈ। ਫਿਰ ਅੱਗੇ ਕਵੀ ਜੀ ਲਿਖਦੇ ਹਨ ਕਿ ਜਿਹੜਾ ਵੀ ਅੰਤਲੇ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਯਾਦ ਕਰ ਲਵੇ, ਅੰਤ ਭਜੇ ਗੁਰੂ ਤੇਗ ਬਹਾਦਰ, ਉਹਦੇ ਅੰਦਰ ਕਿਸੇ ਜਮਾਂ ਦਾ ਮੌਤ ਦਾ ਡਰ ਜਿਹੜਾ ਉਹ ਰਹਿੰਦਾ ਨਹੀਂ, ਜਮਾਂ ਦੇ ਵਸ ਨਹੀਂ ਪੈਂਦਾ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦ ਸੋਰਠ ਰਾਗ ਦੇ ਅੰਦਰ ਪ੍ਰਾਰੰਭ ਹੋ ਰਹੇ ਹਨ। ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰਾਂ ਨੇ ਜਿਸ ਸਮੇਂ ਆਪ ਜੀ ਤੀਰਥ ਯਾਤਰਾ ਦਾ ਬਹਾਨਾ ਕਰਕੇ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ, ਕਿਉਂਕਿ ਸਤਿਗੁਰੂ ਜੀ ਤੀਰਥਾਂ 'ਤੇ ਇਸ ਕਰਕੇ ਜਾਂਦੇ ਸਨ ਕਿਉਂਕਿ ਇਹਨਾਂ ਤੀਰਥਾਂ 'ਤੇ ਲੋਕ ਬਹੁਤ ਜੁੜਦੇ ਸਨ। ਬੜੇ ਵੱਡੇ ਵੱਡੇ ਮੇਲੇ ਲੱਗਦੇ, ਇਕੱਠ ਹੁੰਦੇ, ਅਤੇ ਜਿੱਥੇ ਬਹੁਤੇ ਲੋਕ ਜੁੜਦੇ, ਇਕੱਠ ਹੁੰਦੇ, ਉੱਥੇ ਸਤਿਗੁਰੂ ਜੀ ਜਾ ਕੇ ਉਹਨਾਂ ਨੂੰ ਪਰਮੇਸ਼ਰ ਦੀ ਬੰਦਗੀ ਦਾ ਰਸਤਾ ਦਿਖਾਉਂਦੇ, ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਲੜ ਲਾਉਂਦੇ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਤੀਰਥ ਉਦਮ ਸਤਿਗੁਰ ਕੀਆ ਸਭ ਲੋਗ ਉਦਰਨ ਅਰਥਾ। ਸਤਿਗੁਰਾਂ ਦਾ ਤੀਰਥਾਂ 'ਤੇ ਜਾਣ ਦਾ ਮਨੋਰਥ ਇਹੀ ਹੁੰਦਾ ਸੀ
ਕਿ ਉੱਥੇ ਜਾ ਕੇ ਲੋਕਾਂ ਨੂੰ ਚੰਗੀ ਸਿੱਖਿਆ, ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਅਤੇ ਲਹਿੰਦੇ ਨੂੰ ਪਾਣੀ ਸਿੱਟਣ ਲੱਗ ਪਏ ਸਨ। ਲੋਕ ਸੂਰਜ ਨੂੰ ਦਿੰਦੇ ਸੀ। ਉਹਨਾਂ ਦੇ ਪੁੱਛਣ 'ਤੇ ਫਿਰ ਕਿ ਇੱਧਰ ਨੂੰ ਕਿਉਂ ਪਾਣੀ ਸੁੱਟਦੇ ਹੋ? ਫਿਰ ਸਤਿਗੁਰਾਂ ਨੇ ਸਿੱਖਿਆ ਬਖਸ਼ਿਸ਼ ਕੀਤੀ ਕਿ ਇਹ ਕਿਰਤ ਹੈ, ਚੰਦ ਸੂਰਜ ਦੇਵਤੇ ਦੇਵੀਆਂ ਸਭ ਉਹਦੀ ਕਿਰਤ ਹੈ। ਕਰਤਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਕੋਈ ਹੋਰ ਹੈ, ਉਹਦੀ ਅਰਾਧਨਾ ਕਰੋ। ਇਸ ਪ੍ਰਕਾਰ ਜਦੋਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਲਾਹਾਬਾਦ ਦੀ ਧਰਤੀ, ਜਿੱਥੇ ਪ੍ਰਯਾਗ ਰਾਗ ਲੱਗਦਾ, ਜੋ ਸਨਾਤਨੀ ਧਰਮ ਦਾ, ਹਿੰਦੂ ਧਰਮ ਦਾ ਮਹਾਨ ਤੀਰਥ ਮੰਨਿਆ, ਇਸ ਮਾਘ ਦੇ ਮਹੀਨੇ ਦੇ ਅੰਦਰ ਉੱਥੇ ਬੜਾ ਭਾਰੀ ਇਕੱਠ ਹੁੰਦਾ। ਉੱਥੋਂ ਦਾ ਇਸ਼ਨਾਨ ਬੜਾ ਉਹ ਪਵਿੱਤਰ ਮੰਨਦੇ ਹੈ। 3 ਨਦੀਆਂ ਦਾ ਉੱਥੇ ਸੰਗਮ ਹੁੰਦਾ, ਗੰਗਾ, ਜਮਨਾ ਅਤੇ ਸਰਸਵਤੀ ਦਾ। ਉਸ ਅਸਥਾਨ 'ਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚੇ ਸਨ ਅਤੇ ਉੱਥੇ ਸਤਿਗੁਰੂ ਜੀ ਤਕਰੀਬਨ 6 ਮਹੀਨੇ ਰਹੇ ਸਨ। ਉੱਥੇ ਫਿਰ ਜਿਹੜੇ ਖਟ ਸ਼ਾਸਤਰੀ ਜਾਂ ਖਟ ਦਰਸ਼ਨੀ ਭੇਖ ਹਨ ਵੱਖੋ ਵੱਖਰੇ, ਜਿਵੇਂ 6 ਭੇਖ ਮੰਨੇ ਹੈ, ਜੋਗੀ, ਜੰਗਮ, ਸਰੇਵੜੇ, ਦਰਵੇਸ਼ੀ ਅਤੇ ਸੰਨਿਆਸ। 6ਵਾਂ ਜਾਮਾ ਵਿਪਰਕਾ, ਕਿ ਜਿਹੜੇ ਇਹ ਖਟ ਤਰ੍ਹਾਂ ਦੇ 6 ਭੇਖਾਂ ਦੇ ਸਾਧੂ ਸਨ, ਮਹਾਤਮਾ ਸਨ, ਉਹ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਉੱਥੇ ਪਹੁੰਚੇ। ਉਹਨਾਂ ਦੇ ਪ੍ਰਥਾਏ ਫਿਰ ਉਹਨਾਂ ਨੂੰ ਸਿੱਖਿਆ ਬਖਸ਼ਿਸ਼ ਕਰਨ ਵਾਸਤੇ ਉਹਨਾਂ ਨੇ ਜੋ ਜੋ ਸਵਾਲ ਕੀਤੇ, ਉਹਨਾਂ ਦੇ ਜਵਾਬ ਦੇ ਵਿੱਚ ਫਿਰ ਸਤਿਗੁਰਾਂ ਨੇ ਸੋਰਠ ਰਾਗ ਦੇ ਅੰਦਰ ਇਹ 12 ਸ਼ਬਦ ਉਚਾਰਨ ਕੀਤੇ ਹੈ, ਜਿਨ੍ਹਾਂ ਦੇ ਅੰਦਰ ਸਤਿਗੁਰਾਂ ਨੇ ਪਰਮੇਸ਼ਰ ਦੀ ਭਗਤੀ, ਤਿਆਗ, ਵਿਰਾਗ, ਨਾਮ ਦੀ ਮਹਿਮਾ, ਅਕਾਲ ਪੁਰਖ ਪਰਮੇਸ਼ਰ ਦਾ ਜਸ, ਇਹਨਾਂ ਸ਼ਬਦਾਂ ਦੇ ਅੰਦਰ ਬਿਆਨ ਕੀਤਾ ਹੈ। ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ, ਜੋ 5ਵੇਂ ਸਰੂਪ ਦੇ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੀੜ ਤਿਆਰ ਕਰਵਾਈ, ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਵਾ ਕੇ, ਜਿਸ ਨੂੰ ਕਰਤਾਰਪੁਰੀ ਬੀੜ ਆਖਿਆ ਜਾਂਦਾ। ਉਸ ਦੇ ਅੰਦਰ 9ਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਰਜ ਨਹੀਂ ਸੀ। ਫਿਰ 10ਵੇਂ ਜਾਮੇ ਦੇ ਅੰਦਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ, ਜਦੋਂ ਸਤਿਗੁਰਾਂ ਨੇ ਧੀਰ ਮੱਲੀਆਂ ਨੇ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ, ਫਿਰ ਸਤਿਗੁਰਾਂ ਨੇ ਸਾਰੀ ਬਾਣੀ ਕੰਠੋਂ ਉਚਾਰਨ ਕੀਤੀ। ਭਾਈ ਮਣੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਲਿਖਾਰੀ ਲੱਗੇ। ਉਸ ਸਮੇਂ ਇਸ ਦਮਦਮਾ ਸਾਹਿਬ ਦੀ ਧਰਤੀ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਾਰੀ ਬਾਣੀ ਦਰਜ ਕੀਤੀ, ਜਿਸ ਬੀੜ ਨੂੰ ਨਾਮ ਦਿੱਤਾ ਗਿਆ ਦਮਦਮੀ ਬੀੜ। ਜਿਨ੍ਹਾਂ ਸਰੂਪਾਂ ਦੇ ਆਪਾਂ ਅੱਜ ਦਰਸ਼ਨ ਕਰ ਰਹੇ ਹਾਂ, ਇਹ ਸਾਰੇ ਹੀ ਦਮਦਮੀ ਬੀੜ ਕਰਕੇ ਜਾਣੇ ਜਾਂਦੇ ਹੈ। ਸੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਦੇ ਅੰਦਰ ਸਤਿਗੁਰਾਂ ਦੇ ਸ਼ਬਦ ਪ੍ਰਾਰੰਭ ਹੋ ਰਹੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਰਵਣ ਕਰੀਏ। ਸਾਰੀ ਸੰਗਤ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਦੇ ਅੰਦਰ ਮਹੱਲਾ ਨਾਵਾ। ਇਸ ਦਾ ਉਚਾਰਨ ਸੰਪਰਦਾਵਾਂ ਦੇ ਅੰਦਰ, ਟਕਸਾਲਾਂ ਦੇ ਅੰਦਰ ਨਾਵਾ ਕੀਤਾ ਜਾਂਦਾ। ਆਮ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਉਹ 9 ਵੀ ਪੜ੍ਹ ਜਾਂਦੇ ਆ, 9ਵਾਂ ਵੀ ਪੜ੍ਹ ਜਾਂਦੇ ਆ, ਪਰ ਇਸ ਦਾ ਜਿਹੜਾ ਸ਼ੁੱਧ ਉਚਾਰਨ ਹੈ ਸੰਪਰਦਾਈ ਟਕਸਾਲੀ, ਉਹ ਹੈ ਨਾਵਾ। ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਵੀ ਇਹੀ ਸ਼ਬਦ ਆਉਂਦਾ ਨਾਵਾ। ਜਿੱਥੇ 9 ਦੀ ਗਿਣਤੀ ਆਉਂਦੀ ਹੈ
ਉੱਥੇ ਨਾਵਾ ਸ਼ਬਦ ਹੀ ਆਉਂਦਾ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ, 8 ਪਹਿਰੀ 8 ਖੰਡ ਨਾਵਾ ਖੰਡ ਸਰੀਰ। ਸੋ ਇੱਥੋਂ ਇਹ ਜਿਹੜੇ ਉਚਾਰਨ ਹਨ ਉਹ ਸੰਪਰਦਾ ਦੇ ਅੰਦਰ ਜੋ ਚੱਲੇ ਆ ਰਹੇ ਪੁਰਾਤਨ ਸ਼ੁੱਧ ਹਨ। ਤਾਂ ਸੋਰਠ ਰਾਗ ਦੇ ਅੰਦਰ ਮਹੱਲਾ ਨਾਵਾ 9ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਚਾਰਨ ਕਰਦੇ ਹਨ। ਅੱਗੇ ਸਤਿਗੁਰੂ ਜੀ ਮੰਗਲ ਕਰਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਨੂੰ ਮੰਗਲ ਆਖਿਆ ਜਾਂਦਾ ਹੈ। ਜਦੋਂ ਵੀ ਸਤਿਗੁਰੂ ਜੀ ਬਾਣੀ ਆਰੰਭ ਕਰਦੇ ਹੈ, ਉਸ ਤੋਂ ਪਹਿਲਾਂ ਆਪਣੀ ਇਸ਼ਟਾਪਤੀ ਜਨਾਉਣ ਵਾਸਤੇ, ਕਿਉਂਕਿ ਇਹ ਬੜੇ ਪੁਰਾਤਨ ਸਮੇਂ ਤੋਂ ਆਪਣੇ ਦੇਸ਼ ਦੇ ਅੰਦਰ ਰਿਸ਼ੀਆਂ ਮੁਨੀਆਂ ਤੋਂ ਲੈ ਕੇ ਰੀਤੀ ਚੱਲੀ ਆ ਰਹੀ ਹੈ ਕਿ ਕੋਈ ਵੀ ਉਪਦੇਸ਼ ਲਿਖਣ ਤੋਂ ਪਹਿਲਾਂ ਕਿ ਅਸੀਂ ਕਿਸ ਨੂੰ ਮੰਨਦੇ ਪੂਜਦੇ ਹਾਂ, ਕਿਸ ਦੀ ਅਰਾਧਨਾ ਕਰਦੇ ਹਾਂ, ਉਹਦਾ ਜ਼ਿਕਰ ਕਰਨਾ, ਉਸ ਨੂੰ ਮੰਗਲ ਆਖਿਆ ਜਾਂਦਾ। ਧਾਰਮਿਕ ਵਿਦਵਾਨਾਂ ਨੇ, ਲਿਖਾਰੀਆਂ ਨੇ ਇਹਨਾਂ ਮੰਗਲਾਂ ਦੀ ਬਾਬਤ ਬੜਾ ਅੱਗੇ ਡੰਗਾਈ ਦੇ ਅੰਦਰ ਲਿਖਿਆ ਹੈ ਕਿ ਮੰਗਲ ਕਿਸ ਨੂੰ ਆਖਿਆ ਜਾਂਦਾ। ਮੰਗਲ 3 ਪ੍ਰਕਾਰ ਦਾ ਹੁੰਦਾ, ਵਸਤੂ ਨਿਰਦੇਸ਼ਾਤਮਕ ਮੰਗਲ, ਆਸ਼ੀਰਵਾਦ ਆਤਮਕ ਮੰਗਲ, ਇਸੇ ਪ੍ਰਕਾਰ ਹੀ ਨਮਸਕਾਰਾਤਮਕ ਮੰਗਲ। ਤੋ ਇਹ ਵਿਦਵਾਨਾਂ ਦੇ ਆਪਦੇ ਲਫ਼ਜ਼ ਹਨ। ਇਹ ਇੱਕ ਵਿਦਿਆ ਦਾ ਪੱਖ ਹੈ ਬੜੀ ਡੂੰਘਾਈ ਦੇ ਅੰਦਰ। ਸੋ ਆਪਾਂ ਸਿੱਧਾ ਇਸ ਨੂੰ ਸਮਝਦੇ ਹਾਂ ਕਿ ਇਸ ਨੂੰ ਮੰਗਲ ਆਖਿਆ ਜਾਂਦਾ, ਭਾਵ ਕਿ ਅਸੀਂ ਕਿਸ ਨੂੰ ਮੰਨਦੇ ਪੂਜਦੇ ਹਾਂ, ਕਿਹਦੀ ਅਸੀਂ ਅਰਾਧਨਾ ਕਰਦੇ ਹਾਂ, ਉਹਦਾ ਜ਼ਿਕਰ ਕਰਨਾ, ਉਸ ਨੂੰ ਮੰਗਲ ਆਖਿਆ ਜਾਂਦਾ। ਤਾਂ ਸਤਿਗੁਰੂ ਜੀ ਉਚਾਰਨ ਕਰਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਉਂਕਿ ਪੁਰਾਣੇ ਸਮਿਆਂ ਦੇ ਅੰਦਰ ਜਿਹੜੇ ਕੋਈ ਰਿਸ਼ੀ ਮੁਨੀ ਗ੍ਰੰਥ ਲਿਖਦੇ, ਕੋਈ ਉਚਾਰਨ ਕਰਦੇ, ਉਹ ਕੋਈ ਗਣੇਸ਼ ਜੀ ਦਾ ਮੰਗਲ ਕਰਦਾ, ਕਿਉਂਕਿ ਗਣੇਸ਼ ਜੀ ਨੂੰ ਸਿੱਧੀ ਦਾਤਾ ਮੰਨਦੇ ਆ, ਉਹਨਾਂ ਦਾ ਮੰਗਲ ਕੀਤਾ ਜਾਂਦਾ। ਇਸੇ ਪ੍ਰਕਾਰ ਕੋਈ ਵਿਦਿਆ ਦੀ ਦੇਵੀ ਸਰਸਵਤੀ ਦਾ ਮੰਗਲ ਕਰਦਾ, ਕੋਈ ਭਗਵਾਨ ਵਿਸ਼ਨੂੰ ਜੀ ਦਾ ਕਰਦਾ, ਇਸੇ ਤਰ੍ਹਾਂ ਕੋਈ ਬ੍ਰਹਮਾ ਜੀ ਦਾ, ਕੋਈ ਸ਼ਿਵਜੀ ਜੀ ਦਾ ਕਰਦਾ। ਪਰ ਸਤਿਗੁਰਾਂ ਨੇ ਮੰਗਲ ਕੀਤਾ ਅਕਾਲ ਪੁਰਖ ਪਰਮੇਸ਼ਰ ਦਾ ਕਿ ਇੱਕ ਓੰਕਾਰ। ਇੱਕ ਤੋਂ ਭਾਵ ਕਿ ਜੋ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਇੱਕ ਹੈ, ਜਿਹੜਾ ਇੱਕ ਹੈ ਉਸ ਨੂੰ ਅਸੀਂ ਮੰਨਦੇ ਪੂਜਦੇ ਹਾਂ। ਇੱਕ ਫਿਰ ਕੌਣ ਹੈ? ਇੱਕੋ ਪਰਮੇਸ਼ਰ ਹੀ ਹੈ। ਉਹ ਫਿਰ ਓੰਕਾਰ, ਉਹ ਇੱਕ ਫਿਰ ਅੱਗੇ ਓੰਕਾਰ ਰੂਪ ਹੈ। ਓੰਕਾਰ ਦਾ ਅਰਥ ਹੁੰਦਾ ਹੈ ਜਿਹੜਾ ਜਿੰਨੀ ਵੀ ਇਹ ਰਚਨਾ ਹੈ ਇਸ ਨੂੰ ਸੱਤਾ ਪ੍ਰਦਾਨ ਕਰ ਰਿਹਾ ਹੈ। ਜੜ ਅਤੇ ਚੇਤਨ ਜਿੰਨੀ ਰਚਨਾ ਹੈ, ਇਹ ਸਭ ਦੀ ਜਿਹੜੀ ਕਿਰਿਆ ਹੋ ਰਹੀ ਹੈ ਉਹਨੂੰ ਕਰਾਉਣ ਵਾਲਾ, ਉਹਦਾ ਪ੍ਰਕਾਸ਼ਕ ਜੋ ਹੈ ਉਹ ਓੰਕਾਰ ਹੈ, ਜੋ ਸ਼ਕਤੀ ਰੂਪ ਹੋ ਕੇ ਸਭ ਦੇ ਵਿੱਚ ਕੰਮ ਕਰ ਰਿਹਾ। ਜਿਹੜਾ ਸਾਡੇ ਅੰਦਰ ਕੰਮ ਕਰ ਰਿਹਾ, ਜਿਹਦੀ ਸ਼ਕਤੀ ਦੇ ਨਾਲ ਅਸੀਂ ਸੁਣਦੇ ਹਾਂ, ਬੋਲਦੇ ਹਾਂ, ਤੁਰੇ ਫਿਰਦੇ ਹਾਂ, ਉਹ ਉਸੇ ਦੀ ਸ਼ਕਤੀ ਅੰਦਰ ਕੰਮ ਕਰਦੀ ਹੈ। ਇਹ ਸੂਰਜ ਰੌਸ਼ਨੀ ਦੇ ਰਿਹਾ ਹੈ, ਚੰਦਰਮਾ ਰੌਸ਼ਨੀ ਅਤੇ ਠੰਡਕ ਦੇ ਰਿਹਾ, ਤਾਰੇ ਪ੍ਰਕਾਸ਼ ਰਹੇ ਹੈ। ਇਹ ਜਿੰਨੀਆਂ ਖੰਡ ਬ੍ਰਹਿਮੰਡ ਦੀਆਂ ਰਚਨਾਵਾਂ ਦੇ ਅੰਦਰ ਜੋ ਇੱਕ ਪਾਵਰ ਕੰਮ ਕਰਦੀ ਹੈ, ਸ਼ਕਤੀ ਕੰਮ ਕਰਦੀ ਹੈ, ਉਹ ਹੈ ਓੰਕਾਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਇੱਕ ਹੁੰਦਾ ਹੋਇਆ ਫਿਰ ਓੰਕਾਰ ਸ਼ਕਤੀ ਰੂਪ ਹੋ ਕੇ ਸਾਰਿਆਂ ਦੇ ਵਿੱਚ ਜੋ ਵਿਰਾਜਿਆ ਹੋਇਆ, ਉਹਨੂੰ ਅਸੀਂ ਮੰਨਦੇ ਪੂਜਦੇ ਹਾਂ। ਸਤਿਗੁਰ ਪ੍ਰਸਾਦ, ਫਿਰ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਸਤਿਗੁਰੂ ਜੀ ਕਹਿੰਦੇ ਸਤਿਗੁਰ ਪ੍ਰਸਾਦ। ਜਦੋਂ ਸਤਿਗੁਰੂ ਦੀ ਪ੍ਰਸਾਦ ਦਾ ਅਰਥ ਹੁੰਦਾ ਕਿਰਪਾ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਇੱਕ ਓੰਕਾਰ ਐਸਾ ਜੋ ਪਰਮੇਸ਼ਰ ਵਾਹਿਗੁਰੂ ਜੋ ਸਾਡੇ ਅੰਦਰ ਚੇਤਨ ਸੱਤਾ ਰੂਪ ਹੋ ਕੇ ਬੈਠਾ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਦੁਆਰਾ। ਜਦੋਂ ਗੁਰੂ ਕਿਰਪਾ ਕਰਦਾ ਹੈ, ਗੁਰੂ ਦਾ ਉਪਦੇਸ਼ ਸਿੱਖ ਕਮਾਉਂਦਾ ਹੈ, ਉਹਦੀ ਕਮਾਈ ਕਰਦਾ ਹੈ, ਫਿਰ ਉਹ ਪਰਮੇਸ਼ਰ ਵਾਹਿਗੁਰੂ ਅੰਦਰੇ ਹੀ ਜੀਵ ਦੇ ਪ੍ਰਗਟ ਹੋ ਜਾਂਦਾ ਹੈ।
ਅੱਗੇ ਸਤਿਗੁਰੂ ਜੀ ਬਾਣੀ ਪ੍ਰਾਰੰਭ ਕਰਦੇ ਹਨ। ਜਿਹੜੇ ਉਸ ਸਮੇਂ ਸਾਧੂ ਸਤਿਗੁਰਾਂ ਦੇ ਪਾਸ ਪਹੁੰਚੇ, ਉਹਨਾਂ ਨੇ ਸਵਾਲ ਕੀਤਾ। ਕਹਿਣ ਲੱਗੇ, ਮਹਾਰਾਜ, ਜਿਹੜੀ ਪ੍ਰੀਤ ਹੈ, ਪ੍ਰੇਮ ਪਿਆਰ ਹੈ, ਉਹ ਕਿਸ ਦੇ ਨਾਲ ਕਰਨਾ ਚਾਹੀਦਾ? ਕਿਉਂਕਿ ਸੰਸਾਰ ਦੇ ਅੰਦਰ ਪ੍ਰੀਤੀ ਬੜੀ ਜ਼ਰੂਰੀ ਹੈ ਅਤੇ ਪ੍ਰੇਮ ਪਿਆਰ ਤੋਂ ਬਿਨਾਂ ਕੋਈ ਕਾਰਜ ਨਹੀਂ ਹੁੰਦਾ। ਅਤੇ ਤੁਸੀਂ ਕਿਰਪਾ ਕਰੋ ਵੀ ਪ੍ਰੀਤ ਜਿਹੜੀ ਆ ਉਹ ਕੈਸੀ ਹੋਣੀ ਚਾਹੀਦੀ ਹੈ ਅਤੇ ਕਿਹਦੇ ਨਾਲ ਹੋਣੀ ਚਾਹੀਦੀ ਹੈ। ਤਾਂ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰੇ ਮਨ ਰਾਮ ਸਿਉ ਕਰ ਪ੍ਰੀਤ। ਸਤਿਗੁਰੂ ਜੀ ਉਚਾਰਨ ਕਰਦੇ ਹਨ, ਰੇ ਮਨ, ਹੇ ਮਨਾ, ਆਪਣੇ ਮਨ ਨੂੰ ਸੰਬੋਧਨ ਕਰਕੇ ਉੱਤਮ ਵਕਤੇ ਦੇ ਅੰਦਰ ਕਿ ਆਪਣੇ ਆਪ ਨੂੰ ਵਿੱਚ ਲੈ ਕੇ ਅਤੇ ਉਪਦੇਸ਼ ਸਾਰਿਆਂ ਨੂੰ ਦੇ ਦੇਣਾ, ਇਹ ਉੱਤਮ ਵਕਤੇ ਦੀ ਨਿਸ਼ਾਨੀ ਹੈ। ਤਾਂ ਸਤਿਗੁਰੂ ਜੀ ਬਚਨ ਕਰਦੇ ਹਨ, ਹੇ ਮਨਾ, ਜੇ ਪ੍ਰੀਤੀ ਕਰਨੀ ਹੈ, ਰਾਮ ਸਿਉ ਕਰ ਪ੍ਰੀਤ। ਜੋ ਰਮਿਆ ਹੋਇਆ ਰਾਮ ਪਰਮੇਸ਼ਰ ਵਾਹਿਗੁਰੂ ਹੈ। ਏਕ ਰਾਮ ਜਿਹੜਾ ਹੈ ਉਹ ਰਾਮ ਚੰਦਰ ਭਗਵਾਨ ਮੰਨਿਆ ਹੈ, ਜੋ ਤ੍ਰੇਤੇ ਯੁੱਗ ਦੇ ਅੰਦਰ ਰਾਜਾ ਦਸ਼ਰਥ ਜੀ ਦਾ ਸੁਪੁੱਤਰ ਹੋਇਆ, ਮਰਿਆਦਾ ਪੁਰਸ਼ੋਤਮ। ਪਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਜੋ ਰਾਮ ਸ਼ਬਦ ਹੈ ਉਹ ਜ਼ਿਆਦਾਤਰ ਰਮਿਆ ਹੋਇਆ ਰਾਮ, ਰਾਮ ਰਮੰਤੀ ਸਾ ਰਾਮਾ। ਰਾਮ ਦਾ ਅਰਥ ਹੈ ਰਮਿਆ ਹੋਇਆ। ਰਮਿਆ ਤੋਂ ਭਾਵ ਕਹੀਏ ਮਿਲਿਆ ਹੋਇਆ। ਜਿਹੜਾ ਕਣ ਕਣ ਦੇ ਅੰਦਰ ਮਿਲਿਆ ਹੋਇਆ, ਸਾਡੇ ਅੰਦਰ ਜੋ ਮਿਲਿਆ ਹੋਇਆ, ਉਹ ਜੋ ਰਾਮ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਨਾਲ ਸਤਿਗੁਰੂ ਜੀ ਕਹਿੰਦੇ ਤੂੰ ਪ੍ਰੀਤ ਕਰ। ਜੇ ਪ੍ਰੇਮ ਪਾਉਣਾ ਤਾਂ ਉਹਦੇ ਨਾਲ ਕਰ। ਜੇ ਜਗਤ ਦੇ ਨਾਲ ਪ੍ਰੇਮ ਪਾਏਗਾ, ਸੰਸਾਰ ਦੇ ਨਾਲ ਪ੍ਰੇਮ ਪਾਏਗਾ ਤਾਂ ਝੂਠਾ ਹੈ। ਜਿਵੇਂ ਸਤਿਗੁਰਾਂ ਦੇ ਪਿੱਛੇ ਬਚਨ ਆਏ ਹਨ, ਝੂਠੀ ਦੇਖੀ ਪ੍ਰੀਤ ਜਗਤ ਕੀ। ਜਗਤ ਦੀ ਜਿਹੜੀ ਪ੍ਰੀਤੀ ਹੈ ਉਹ ਝੂਠੀ ਹੈ, ਉਹ ਨਾਸ਼ ਹੋਣ ਵਾਲੀ ਹੈ। ਤੂੰ ਇਸ ਨੂੰ ਸੱਚਾ ਸਮਝ ਕੇ ਪ੍ਰੀਤੀ ਕਰੇਗਾ ਵੀ ਇਹ ਸੱਚਾ ਹੈ, ਇਹ ਮੇਰੇ ਨਾਲ ਨਿਭੇਗਾ, ਮੈਨੂੰ ਸੁੱਖ ਦੇਵੇਗਾ, ਮੇਰੀ ਸਹਾਇਤਾ ਕਰੇਗਾ। ਪਰ ਸਤਿਗੁਰੂ ਜੀ ਕਹਿਣ ਲੱਗੇ, ਇਹਨੇ ਜਦੋਂ ਲੋੜ ਪੈਣੀ ਹੈ ਜਿੱਥੇ, ਉੱਥੇ ਇਹਨੇ ਸਾਥ ਛੱਡ ਦੇਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪ੍ਰੀਤੀ ਜੇ ਕਰਨੀ ਹੈ ਤੇ ਉਹ ਰਾਮ ਪਰਮੇਸ਼ਰ ਦੇ ਨਾਲ ਕਰ। ਕਿਸ ਪ੍ਰਕਾਰ ਪ੍ਰੀਤੀ ਕਰਨੀ ਹੈ, ਫਿਰ ਇਹ ਪ੍ਰੀਤੀ ਪੈਦਾ ਕਿਵੇਂ ਹੋਵੇ? ਤਾਂ ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਹਨ, ਸ਼੍ਰਵਣ ਗੋਬਿੰਦ ਗੁਣ ਸੁਣਾਓ, ਅਰ ਗਾਓ ਰਸਨਾ ਗੀਤ। ਸਤਿਗੁਰੂ ਜੀ ਕਹਿੰਦੇ ਇਹ ਪ੍ਰੀਤੀ ਕਿਵੇਂ ਕਰਨੀ ਹੈ? ਸ਼੍ਰਵਣ ਗੋਬਿੰਦ ਗੁਣ ਸੁਣਾਓ। ਜਿਹੜੇ ਸਾਨੂੰ ਪਰਮੇਸ਼ਰ ਨੇ ਕੰਨ ਬਖਸ਼ੇ ਹੈ, ਇਹਨਾਂ ਦੇ ਨਾਲ ਗੋਬਿੰਦ ਗੁਣ ਸੁਣੋ। ਜੋ ਗੋ ਨਾਮ ਹੁੰਦਾ ਧਰਤੀ ਦਾ, ਜਿਹੜਾ ਧਰਤੀ ਦੀ ਬਿੰਦ ਪਾਲਣਾ ਕਰਨ ਵਾਲਾ ਹੈ, ਗੋਬਿੰਦ ਪਰਮੇਸ਼ਰ ਵਾਹਿਗੁਰੂ, ਉਹਦੇ ਜਿਹੜੇ ਗੁਣ ਹਨ, ਉਹਦੀਆਂ ਜਿਹੜੀਆਂ ਵਡਿਆਈਆਂ ਹਨ, ਉਹਨਾਂ ਨੂੰ ਇਹਨਾਂ ਕੰਨਾਂ ਦੇ ਨਾਲ ਸੁਣਨਾ। ਫੇਰ ਹੀ ਸਾਡੀ ਪ੍ਰੀਤੀ ਜਿਹੜੀ ਆ ਉਹ ਪਰਮੇਸ਼ਰ ਦੇ ਨਾਲ ਪੈਂਦੀ ਹੈ। ਜੇ ਅਸੀਂ ਗੁਰਬਾਣੀ ਸੁਣਨ ਵਾਸਤੇ ਨਹੀਂ ਬੈਠਦੇ, ਨਾਮ ਸੁਣਨ ਵਾਸਤੇ ਨਹੀਂ ਬੈਠਦੇ, ਕਥਾ ਕੀਰਤਨ ਸੁਣਨ ਵਾਸਤੇ ਨਹੀਂ ਬੈਠਦੇ, ਅਤੇ ਫਿਰ ਪ੍ਰੀਤੀ ਨਹੀਂ ਪੈਂਦੀ। ਇਸ ਕਰਕੇ ਸਤਿਗੁਰਾਂ ਨੇ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਸਾਧ ਸੰਗਤ ਕਰਨੀ, ਕਥਾ ਕੀਰਤਨ ਗੁਰਬਾਣੀ ਪਾਠ ਸੁਣਨਾ। ਇਹਨੂੰ ਸੁਣਨ ਦੇ ਨਾਲ, ਕੰਨਾਂ ਦੇ ਨਾਲ ਜਦੋਂ ਆਪਾਂ ਸੁਣਦੇ ਹਾਂ, ਅਰ ਗਾਓ ਰਸਨਾ ਗੀਤ, ਫਿਰ ਸੁਣ ਕੇ ਆਪਣੀ ਰਸਨਾ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਪਰਮੇਸ਼ਰ ਦੇ ਗੀਤਾਂ ਨੂੰ, ਇੱਥੇ ਗੀਤ ਤੋਂ ਭਾਵ ਜਿਹੜੇ ਕੋਈ ਸੰਸਾਰੀ ਗੀਤ ਹਨ ਉਹ ਨਹੀਂ, ਜਿਵੇਂ ਲੋਕ ਗਾਉਂਦੇ ਫਿਰਦੇ ਹੈ, ਲੋਕ ਕਲਾਕਾਰ ਗਾਉਂਦੇ ਫਿਰਦੇ ਹੈ, ਉਹਨਾਂ ਗੀਤਾਂ ਦਾ ਜ਼ਿਕਰ ਨਹੀਂ। ਗੀਤ ਦਾ ਅਰਥ ਹੁੰਦਾ ਜਸ, ਵਡਿਆਈ, ਕਿ ਜਿਹੜੀ ਪਰਮੇਸ਼ਰ ਦਾ ਜਸ ਹੈ, ਉਹਦੀ ਵਡਿਆਈ ਹੈ, ਉਹਨੂੰ ਆਪਣੀ ਰਸਨਾ ਦੇ ਨਾਲ ਗਾਉਣਾ। ਜਦੋਂ ਜੀਵ ਕੰਨਾਂ ਦੇ ਨਾਲ ਪਰਮੇਸ਼ਰ ਦੇ ਜਸ ਨੂੰ ਸੁਣਦਾ ਹੈ, ਰਸਨਾ ਦੇ ਨਾਲ, ਜ਼ਬਾਨ ਦੇ ਨਾਲ ਗਾਉਂਦਾ ਹੈ, ਫਿਰ ਸਤਿਗੁਰੂ ਜੀ ਕਹਿੰਦੇ ਪ੍ਰੀਤੀ ਜਿਹੜੀ ਹੈ, ਪਿਆਰ ਜਿਹੜਾ, ਪ੍ਰੇਮ ਜਿਹੜਾ, ਉਹ ਪਰਮੇਸ਼ਰ ਦੇ ਨਾਲ ਪੈ ਜਾਂਦਾ ਹੈ। ਰਹਾਉ ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪੁਨੀਤ। ਸਤਿਗੁਰੂ ਜੀ ਕਹਿੰਦੇ ਫਿਰ ਇਹ ਚੀਜ਼ਾਂ ਕਰਨੀਆਂ ਕਿੱਥੇ ਹੈ, ਇਹਨਾਂ ਦੀ ਜਾਂਚ ਕਿੱਥੋਂ ਆਵੇ?
ਕਿ ਸੁਣੇ ਕਿੱਥੋਂ ਜਾਣ, ਪਰਮੇਸ਼ਰ ਦਾ ਜਸ ਕਿੱਥੋਂ ਸੁਣੀਏ, ਫਿਰ ਆਪਣੀ ਜ਼ੁਬਾਨ ਦੇ ਨਾਲ ਜਸ ਕਰੀਏ ਕਿੱਥੇ। ਤਾਂ ਸਤਿਗੁਰੂ ਜੀ ਕਹਿੰਦੇ ਕਰ ਸਾਧ ਸੰਗਤ। ਜਿਹੜੀ ਸਾਧ ਸੰਗਤ ਹੈ, ਗੁਰੂ ਨੇ ਜੋ ਮਰਿਆਦਾ ਕਾਇਮ ਕੀਤੀ ਹੈ, ਜਾਂ ਸਾਧ ਤੋਂ ਭਾਵ ਕਿ ਜਿਨ੍ਹਾਂ ਨੇ ਆਪਣੇ ਮਨ ਤਨ ਨੂੰ ਸਾਧਿਆ ਹੋਇਆ, 9 ਦਰਵਾਜੇ ਸਾਧ ਸਾਧ ਸਦਾਇਆ, ਸਾਧ ਨਾਮ ਨਿਰਮਲਤਾ ਕੇ ਕਰਮ। ਐਸੇ ਜਿਹੜੇ ਮਨ ਤੇ ਤਨ ਨੂੰ ਸਾਧਨ ਵਾਲੇ ਸਾਧੂ ਹਨ, ਉਹਨਾਂ ਦੀ ਜਿਹੜੀ ਸੰਗਤ ਹੈ ਉਹ ਕਰ। ਕਿਉਂਕਿ ਸਾਧੂ ਨੇ ਉਪਦੇਸ਼ ਦੇਣਾ ਪਰਮੇਸ਼ਰ ਦਾ, ਉਹਨੇ ਗੱਲ ਕਰਨੀ ਹੈ ਤੇ ਰੱਬ ਦੇ ਘਰ ਦੀ, ਹੋਰ ਨਹੀਂ ਕੋਈ ਕਰਨੀ। ਇਸੇ ਪ੍ਰਕਾਰ ਹੀ ਜੋ ਸਤਿਗੁਰਾਂ ਨੇ ਸਾਧ ਸੰਗਤ ਕਾਇਮ ਕੀਤੀ ਹੈ ਉਹਨੂੰ ਕਰ ਤੇ ਸਿਮਰ ਮਾਧੋ। ਮਾਧੋ ਦਾ ਅਰਥ ਹੁੰਦਾ ਜਿਹੜਾ ਮਾਇਆ ਦਾ ਪਤੀ ਪਰਮੇਸ਼ਰ ਵਾਹਿਗੁਰੂ ਹੈ। ਜਿੰਨੀ ਮਾਇਆ ਹੈ, ਮਾਇਆ ਇੱਕ ਸ਼ਕਤੀ ਹੈ, ਤੇ ਸ਼ਕਤੀ ਦਾ ਮਾਲਕ ਜੋ ਸ਼ਕਤਾ ਪਰਮੇਸ਼ਰ ਵਾਹਿਗੁਰੂ ਹੈ ਉਹ ਮਾਧੋ ਹੈ। ਸਤਿਗੁਰੂ ਜੀ ਕਹਿੰਦੇ ਉਸ ਮਾਧੋ ਮਾਇਆ ਦੇ ਪਤੀ ਪਰਮੇਸ਼ਰ ਦਾ ਸਿਮਰਨ ਕਰ, ਸਾਧ ਸੰਗਤ ਕਰ, ਹੋਏ ਪਤਤ ਪੁਨੀਤ। ਫਿਰ ਤੂੰ ਕਿੰਨਾ ਵੀ ਪਾਪੀ ਹੋਵੇਂ, ਚਾਹੇ ਤੂੰ ਵੱਡੇ ਵੱਡੇ ਪਾਪ ਕੀਤੇ ਹੈ, ਬੜੇ ਗੁਨਾਹ ਕੀਤੇ ਹੈ, ਪਰ ਜੇ ਤੂੰ ਇਹ ਕਰਮ ਕਰਨ ਲੱਗ ਜਾਏ ਤੇ ਤੂੰ ਪੁਨੀਤ ਪਵਿੱਤਰ ਹੋ ਸਕਦਾ। ਬੰਦਾ ਸੋਚਦਾ ਨਾ ਵੀ ਮੈਂ ਬਹੁਤ ਪਾਪ ਕੀਤੇ ਹੈ, ਮੈਂ ਤੇ ਗੁਰਦੁਆਰੇ ਜਾ ਹੀ ਨਹੀਂ ਸਕਦਾ, ਮੈਂ ਤੇ ਇੰਨੇ ਗੁਨਾਹ ਕੀਤੇ ਹੈ, ਮੈਂ ਤੇ ਮਹਾਰਾਜ ਨੂੰ ਮੱਥਾ ਟੇਕ ਹੀ ਨਹੀਂ ਸਕਦਾ, ਮੈਂ ਤੇ ਪਾਪੀ ਬਹੁਤ ਵੱਡਾ ਹਾਂ। ਉਹ ਕਈ ਵਾਰ ਮਨ ਜਿਹੜਾ ਡੋਲ ਜਾਂਦਾ ਕਿ ਮੇਰਾ ਕੁਝ ਨਹੀਂ ਬਣ ਸਕਦਾ। ਪਰ ਸਤਿਗੁਰੂ ਜੀ ਕਹਿੰਦੇ ਜੇ ਤੂੰ ਸਾਧ ਸੰਗਤ ਕਰਨ ਲੱਗ ਪਵੇਂ, ਪਰਮੇਸ਼ਰ ਦੇ ਗੁਣ ਗਾਉਣ ਲੱਗ ਜਾਵੇਂ, ਤੇ ਉਹ ਪਰਮੇਸ਼ਰ ਦੇ ਗੀਤਾਂ ਨੂੰ ਰਸਨਾ ਦੇ ਨਾਲ ਜਪਣ ਲੱਗ ਜਾਏ, ਫਿਰ ਸਤਿਗੁਰੂ ਜੀ ਕਹਿੰਦੇ ਕਿੱਡਾ ਵੀ ਤੂੰ ਪਾਪੀ ਹੈ, ਪੁਨੀਤ ਪਵਿੱਤਰ ਹੋ ਜਾਏਗਾ। ਕਿਉਂਕਿ ਉਹ ਪਰਮੇਸ਼ਰ ਦਾ ਤੇ ਨਾਮ ਹੀ ਪਤਤ ਪਾਵਨ ਹੈ, ਪਾਪੀਆਂ ਨੂੰ ਪਵਿੱਤਰ ਕਰਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਫਿਰ ਤੇਰੇ ਸਾਰੇ ਪਾਪ ਗੁਨਾਹ ਜਿਹੜੇ ਉਹ ਲੈ ਜਾਣਗੇ, ਤੂੰ ਪਵਿੱਤਰ ਤੇ ਪੁਨੀਤ ਬਣ ਜਾਏਗਾ। ਕਾਲ ਬਿਆਲ ਜਿਉਂ ਪਰਿਓ ਡੋਲੈ, ਮੁਖ ਪਸਾਰੇ ਮੀਤ। ਸਤਿਗੁਰੂ ਜੀ ਅੱਗੇ ਸ਼ਬਦ ਪੰਕਤੀ ਦੇ ਅੰਦਰ ਬਚਨ ਕਰਦੇ ਹਨ, ਮੌਤ ਨੂੰ ਚੇਤੇ ਕਰਾਉਂਦੇ ਹੈ, ਤੇ ਮੌਤ ਨੂੰ ਚੇਤੇ ਕਰਾ ਕੇ ਪਰਮੇਸ਼ਰ ਦੇ ਸਿਫਤ ਸਲਾਹ ਦੇ ਅੰਦਰ ਜੋੜਦੇ ਹੈ ਕਿ ਮੌਤ ਕੀ ਚੀਜ਼ ਹੈ। ਕਾਲ ਬਿਆਲ, ਜਿਹੜਾ ਕਾਲ ਮੌਤ ਹੈ ਉਹ ਇੱਕ ਬਿਆਲ ਸੱਪ ਦੀ ਨਿਆਈ ਹੈ। ਜਿਵੇਂ ਸੱਪ ਹੁੰਦਾ ਨਾ, ਪਰਿਓ ਡੋਲੈ, ਤੇ ਉਹ ਜਿਵੇਂ ਮੇਲਦਾ ਹੈ, ਉਹ ਜਿਵੇਂ ਚੰਚਲ ਹੁੰਦਾ, ਇੱਦਾਂ ਹੀ ਸਤਿਗੁਰੂ ਜੀ ਕਹਿੰਦੇ ਜਿਹੜੀ ਮੌਤ ਹੈ ਨਾ ਉਹ ਸਾਡੇ ਗਲ ਦੇ ਵਿੱਚ ਪਈ ਹੋਈ ਹੈ। ਉਹ ਹਰ ਸਮੇਂ ਹੀ ਸਿਰ 'ਤੇ ਕਾਲ ਜਿਹੜਾ ਉਹ ਮੰਡਰਾ ਰਿਹਾ। ਮੁੱਖ ਪਸਾਰੇ ਮੀਤ, ਉਹ ਆਪਣਾ ਮੂੰਹ ਅੱਡ ਕੇ ਇਹ ਮਿੱਤਰਾ ਤੇਰੀ ਉਡੀਕ ਕਰ ਰਿਹਾ ਵੀ ਕਦੋਂ ਤੇਰੇ ਸਵਾਸ ਪੂਰੇ ਹੋਣ ਤੇ ਤੈਨੂੰ ਕਾਲ ਜਿਹੜਾ ਉਹ ਖਾ ਜਾਏ। ਜਿਵੇਂ ਇੱਕ ਸੱਪ ਜਿਹੜਾ ਉਹ ਮੇਲਦਾ ਫਿਰਦਾ ਹੈ, ਡੰਗ ਮਾਰਦਾ, ਨਾਸ਼ ਕਰ ਦਿੰਦਾ, ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਮੌਤ ਜਿਹੜੀ ਹੈ ਸਭ ਦੇ ਸਿਰ 'ਤੇ ਜਿਹੜਾ ਕਾਲ ਚੱਕਰ ਉਹ ਚੱਲ ਰਿਹਾ। ਜਦੋਂ ਕਿਸੇ ਦਾ ਸਮਾਂ ਪੂਰਾ ਹੋ ਜਾਂਦਾ ਤੇ ਉਹ ਉਸ ਦਾ ਖਾਜਾ ਬਣ ਜਾਂਦਾ, ਉਸ ਨੂੰ ਖਾ ਲੈਂਦਾ ਹੈ। ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖੋ ਚੀਤ। ਸਤਿਗੁਰੂ ਜੀ ਕਹਿੰਦੇ ਮੌਤ ਇੱਕ ਐਸੀ ਚੀਜ਼ ਹੈ ਵੀ ਇਹਦਾ ਕੋਈ ਸਮਾਂ ਨਹੀਂ ਨਿਯਤ ਕੀਤਾ ਜਾ ਸਕਦਾ। ਬੰਦਾ ਆਪਣੇ ਅਨੁਸਾਰ ਤੈਅ ਨਹੀਂ ਕਰ ਸਕਦਾ ਵੀ ਮੈਂ ਇੰਨੇ ਸਾਲਾਂ ਬਾਅਦ ਮੈਨੂੰ ਆਏਗੀ ਜਾਂ ਐਸ ਉਮਰ 'ਚ ਆਏਗੀ। ਇਹ ਸਤਿਗੁਰੂ ਜੀ ਕਹਿੰਦੇ ਆਜ ਕਾਲ, ਅੱਜ ਜਾਂ ਕੱਲ੍ਹ, ਫੁਨ ਤੋਹੇ ਗ੍ਰਸ ਹੈ, ਤੈਨੂੰ ਗ੍ਰਸ ਜਾਏਗੀ, ਖਾ ਜਾਏਗੀ। ਕਿਉਂਕਿ ਇਹ ਐਸੀ ਉਸ ਪਰਮੇਸ਼ਰ ਨੇ ਇੱਕ ਸ਼ਕਤੀ ਬਣਾਈ ਹੈ ਜਿਹਦਾ ਕੋਈ ਪਤਾ ਨਹੀਂ ਚੱਲਦਾ ਕਦੋਂ ਤੇ ਕਿੱਥੇ ਆ ਜਾਏ। ਇਸ ਕਰਕੇ ਇਸ ਨੂੰ ਸਤਿਗੁਰਾਂ ਨੇ, ਭਗਤ ਫਰੀਦ ਸਾਹਿਬ ਜੀ ਨੇ ਬਚਨ ਲਿਖੇ ਹਨ, ਅਚਿੰਤੇ ਬਾਜ ਪਏ। ਇਹਨੂੰ ਅਚਿੰਤੇ ਬਾਜ ਆਖਿਆ। ਜਿਵੇਂ ਬਾਜ ਜਿਹੜੀ ਹੁੰਦੀ ਹੈ ਉਹ ਆਪਣੇ ਸ਼ਿਕਾਰ 'ਤੇ ਪੈਂਦੀ ਹੈ, ਪਤਾ ਨਹੀਂ ਲੱਗਣ ਦਿੰਦੀ ਉਹਨੂੰ ਜਦੋਂ ਪੈਂਦੀ ਹੈ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਇਹ ਮੌਤ ਹੈ, ਆਜ ਕਾਲ, ਅੱਜ ਜਾਂ ਕੱਲ੍ਹ, ਕੋਈ ਇਸ ਦਾ ਪਤਾ ਨਹੀਂ, ਤੈਨੂੰ ਗ੍ਰਸ ਲਏਗੀ, ਸਮਝ ਰੱਖੋ ਚੀਤ। ਇਸ ਕਰਕੇ ਆਪਣੇ ਚਿੱਤ ਦੇ ਅੰਦਰ ਇਸ ਗੱਲ ਨੂੰ ਸਮਝ
ਕਿ ਤੂੰ ਉਸ ਮੌਤ ਦਾ ਖਾਜਾ ਹੈ। ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਚਿੱਤ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਵਸਾ ਲੈ। ਜੇ ਤੇਰੇ ਚਿੱਤ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ, ਫਿਰ ਚਾਹੇ ਮੌਤ ਆਏ ਚਾਹੇ ਨਾ ਆਏ, ਫਿਰ ਤੇਰੀ ਅਵਸਥਾ ਜਿਹੜੀ ਹੈ ਉਹ ਉੱਤੇ ਹੋ ਜਾਏਗੀ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਬਚਨ ਲਿਖੇ ਹਨ, ਕਬੀਰ ਜਿਹ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੌਤ ਤੋਂ ਲੋਕ ਡਰਦੇ ਹੈ ਵੀ ਸਾਨੂੰ ਨਾ ਆ ਜਾਏ, ਬਚਾਅ ਕਰਦੇ ਹੈ। ਇੱਥੋਂ ਤੱਕ ਕਿ ਰਾਜੇ ਪ੍ਰੀਸ਼ਤ ਵਰਗੇ ਹੋਏ ਹੈ, ਜਿਨ੍ਹਾਂ ਨੂੰ ਮੌਤ ਦਾ ਪਤਾ ਲੱਗ ਗਿਆ ਵੀ ਮੌਤ ਆਉਣ ਵਾਲੀ ਹੈ। ਇਹ ਵੀ ਪਤਾ ਲੱਗ ਗਿਆ ਵੀ ਇਸ ਦਿਨ ਨੂੰ ਤੇਰੀ ਮੌਤ ਹੋਣੀ ਹੈ। ਇਹ ਵੀ ਪਤਾ ਲੱਗ ਗਿਆ ਵੀ ਸੱਪ ਲੜ ਕੇ ਹੋਣੀ ਹੈ। ਅਤੇ ਉਹਨੇ ਸਮੁੰਦਰ ਦੇ ਅੰਦਰ, ਲਹਿਰਾਂ ਦੇ ਅੰਦਰ ਸ਼ੀਸ਼ ਮਹਿਲ ਬਣਾ ਲਿਆ ਕਿ ਸੱਪ ਆਉਂਦਾ ਤੇ ਦਿਸੂਗਾ, ਫੇਰ ਹੀ ਪਤਾ ਲੱਗੂ ਨਾ ਵੀ ਜਦੋਂ ਆਉਂਦਾ ਹੋਊ ਮਾਰ ਦਿਆਂਗੇ, ਆਪਾਂ ਬਚ ਜਾਵਾਂਗੇ। ਪਰ ਉਹ ਕਾਲ ਜਿਹੜਾ ਉਹ ਐਸੀ ਵਿਉਂਤ ਦੇ ਨਾਲ ਆਉਂਦਾ ਹੈ, ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਬਹੁ ਯਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸ ਹੈ। ਅੱਗੇ ਬਚਨ ਆਉਂਦੇ ਹਨ, ਕੀਟੀ ਸਾਸ ਅਕਰਖ ਤੇ, ਕੀੜੀ ਦਾ ਰੂਪ ਧਾਰਨ ਕਰਕੇ ਤੇ ਸਾਹ ਖਿੱਚ ਲਏ। ਫੁੱਲਾਂ ਦੇ ਵਿੱਚ ਬੈਠ ਗਿਆ ਕਾਲ। ਜਦੋਂ ਫੁੱਲਾਂ ਦੀ ਸੁਗੰਧੀ ਲੈਣ ਵਾਸਤੇ ਸੁੰਘਣ ਲੱਗਿਆ, ਬਸ ਉਸੇ ਸਮੇਂ ਸਾਹ ਖਿੱਚ ਲਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਸ ਗੱਲ ਨੂੰ ਆਪਣੇ ਚੇਤੇ ਦੇ ਵਿੱਚ ਸਮਝ ਕਿ ਉਹ ਪਤਾ ਨਹੀਂ ਕਦੋਂ ਸਮਾਂ ਬਣ ਜਾਣਾ। ਇਸ ਕਰਕੇ ਤੂੰ ਆਪਣੇ ਚਿੱਤ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਵਸਾ, ਫਿਰ ਤੇਰੇ ਅੰਦਰੋਂ ਜਿਹੜਾ ਮੌਤ ਦਾ ਡਰ ਹੈ, ਭੈ ਹੈ, ਇਹ ਨਿਕਲ ਜਾਏਗਾ। ਕਹਿ ਨਾਨਕ ਰਾਮ ਭਜ ਲੈ, ਜਾਤ ਅਵਸਰ ਬੀਤ। ਇਸ ਕਰਕੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਚਾਰਨ ਕਰਦੇ ਹਨ ਕਿ ਐ ਜੀਵ ਰਾਮ ਭਜ ਲੈ। ਜੋ ਰਾਮ ਪਰਮੇਸ਼ਰ ਵਾਹਿਗੁਰੂ ਰਮਿਆ ਹੋਇਆ, ਉਹਦੇ ਨਾਮ ਦਾ ਭਜਨ ਕਰ, ਉਹਦਾ ਬੰਦਗੀ ਕਰ, ਉਹਦੀ ਜਾਤ ਅਵਸਰ ਬੀਤ। ਇਹ ਜਿਹੜਾ ਤੈਨੂੰ ਅਵਸਰ ਮਿਲਿਆ ਹੋਇਆ ਨਾ, ਇਹ ਜਿਹੜਾ ਤੈਨੂੰ ਸੁਨਹਿਰੀ ਮੌਕਾ ਮਿਲਿਆ ਹੋਇਆ, ਇਹ ਹੱਥੋਂ ਚਲਿਆ ਜਾਏਗਾ। ਉਹ ਅਵਸਰ ਕੀ ਹੈ, ਉਹ ਸੁਨਹਿਰੀ ਮੌਕਾ ਕੀ ਹੈ? ਮਨੁੱਖਾ ਜਨਮ। ਇਹ ਜੋ ਤੈਨੂੰ ਮਨੁੱਖਾ ਦੇਹ ਮਿਲੀ ਹੋਈ ਹੈ ਪਰਮੇਸ਼ਰ ਵੱਲੋਂ, ਇਹ ਤੈਨੂੰ ਸਮਾਂ ਦਿੱਤਾ ਹੋਇਆ, ਜੇ ਇਹ ਹੱਥੋਂ ਚਲਿਆ ਗਿਆ ਫਿਰ ਤੇਰਾ ਅਵਸਰ ਜਿਹੜਾ ਉਹ ਬੀਤ ਜਾਏਗਾ। ਜਿਵੇਂ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਹਨ, ਚੇਤਨਾ ਹੈ ਤਉ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਟ ਜਿਉ ਪਾਨੀ। ਜਿਵੇਂ ਤਿੜਕੇ ਹੋਏ ਘੜੇ ਦਾ ਪਾਣੀ ਸਿਮਦਾ, ਇੱਦਾਂ ਜਿਹੜੇ ਸਵਾਸ ਸਾਡੇ ਆ ਉਹ ਸਿਮਦੇ ਜਾਂਦੇ ਆ, ਮੁੱਕਦੇ ਜਾਂਦੇ ਆ, ਇੱਕ ਦਿਨ ਇਹ ਘੜਾ ਟੁੱਟ ਜਾਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ। ਉਹ ਪਰਮੇਸ਼ਰ ਦਾ ਜੇ ਚਿੰਤਨ ਕਰਨਾ ਹੈ ਤੇ ਉਸ ਦਾ ਹੁਣੇ ਕਰ ਲੈ। ਇਹ ਤੈਨੂੰ ਸਮਾਂ ਦਿੱਤਾ ਹੋਇਆ, ਆਪਣੇ ਸਵਾਸਾਂ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਭਜਨ ਕਰ ਲੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹੈ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਤੂੰ ਕਹਿਣਾ ਅੰਤਲੇ ਸਮੇਂ ਹਲੇ ਆਹ ਕੰਮ ਕਰ ਲਈਏ, ਬਹਾਨੇ ਲਾਉਣਾ ਰਹਿਣਾ ਵੀ ਆਹ ਕੰਮ ਹੋ ਜਾਏ ਫੇਰ ਕਰਾਂਗੇ, ਫੇਰ ਅੰਮ੍ਰਿਤ ਛਕਾਂਗੇ, ਗੁਰੂ ਵਾਲੇ ਬਣਾਂਗੇ, ਹਲੇ ਤੇ ਉਮਰ ਬਹੁਤ ਪਈ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹ ਤੇਰੇ ਮਨ ਦੀਆਂ ਗੱਲਾਂ ਹਨ। ਇਸ ਕਰਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਜਾਤ ਅਵਸਰ ਬੀਤ। ਸਮਾਂ ਤੇਰਾ ਬੀਤਦਾ ਜਾਂਦਾ, ਦਿਨ ਰਾਤ ਕਰਕੇ, ਘੜੀ ਸੈਕਿੰਡ ਕਰਕੇ, ਘੰਟਿਆਂ ਕਰਕੇ ਤੇਰਾ ਸਮਾਂ ਲੰਘਦਾ ਜਾਂਦਾ। ਇਸ ਕਰਕੇ ਤੂੰ ਰਾਮ ਦਾ ਭਜਨ ਕਰ ਲੈ। ਸੋਰਠ ਮਹੱਲਾ ਨਾਵਾ, ਮਨ ਕੀ ਮਨ ਹੀ ਮਾਹੇ ਰਹੀ। ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਗਲੇ ਸ਼ਬਦ ਦੇ ਅੰਦਰ ਉਚਾਰਨ ਕਰਦੇ ਹਨ ਕਿ ਜੀਵ ਜਿਹੜਾ ਹੈ ਆਪਣੇ ਮਨ ਦੇ ਅੰਦਰ ਕਈ ਵਾਰ ਬੜੇ ਸੰਕਲਪ, ਬੜੇ ਫੁਰਨੇ, ਬੜੇ ਹੀ ਹਵਾਈ ਕਿਲੇ, ਉਧੇੜ ਬੁੰਦ, ਇਹ ਜਿਹੜੀ ਚੱਲਦੀ ਰਹਿੰਦੀ ਹੈ। ਕੁਝ ਨਾ ਕੁਝ ਬਣਾਉਂਦਾ ਰਹਿੰਦਾ, ਕੁਝ ਨਾ ਕੁਝ ਉਧੇੜਦਾ ਰਹਿੰਦਾ ਵੀ ਆਹ ਇੱਦਾਂ ਬਣ ਜੇ, ਇਹਨੂੰ ਢਾਹ ਦਿਓ, ਐਂ ਕਰ ਦਿਓ। ਇਹ ਸਤਿਗੁਰੂ ਜੀ ਕਹਿੰਦੇ ਮਨ ਦੀਆਂ ਵਿਚਾਰਾਂ ਮਨ 'ਚ ਹੀ ਰਹਿ ਜਾਂਦੀਆਂ। ਬੜੇ ਵੱਡੇ ਵੱਡੇ ਸੰਸਾਰ 'ਤੇ ਲੋਕ ਹੋਏ ਜਿਨ੍ਹਾਂ ਨੇ ਬੜੇ ਵੱਡੇ ਸੰਕਲਪ ਲੈ ਕੇ ਤੁਰੇ, ਪਰ ਉਹ ਵੀ ਵਿੱਚ ਹੀ ਰਹਿ ਗਏ। ਜਿਵੇਂ ਦੁਨੀਆ ਦਾ ਬਾਦਸ਼ਾਹ
ਆਪਣੇ ਆਪ ਨੂੰ ਸਮਝਣ ਵਾਲਾ ਸਿਕੰਦਰ ਹੋਇਆ। ਸਿਕੰਦਰ ਰਾਜੇ ਨੇ ਫੁਰਨਾ ਕਰ ਲਿਆ ਵੀ ਮੈਂ ਦੁਨੀਆ ਦਾ ਬਾਦਸ਼ਾਹ ਬਣਨਾ, ਸਾਰੀ ਦੁਨੀਆ ਜਿੱਤਣੀ ਹੈ। ਅਤੇ ਉਹ ਵਿੱਚ ਹੀ ਰਹਿ ਗਿਆ ਫੁਰਨਾ ਉਹਦਾ। ਜਦੋਂ ਪੰਜਾਬ 'ਚ ਆਇਆ ਤਾਂ ਇੱਥੇ ਖਤਮ ਹੋ ਗਿਆ, ਨਾਸ ਹੋ ਗਿਆ। ਇਸੇ ਪ੍ਰਕਾਰ ਔਰੰਗਜ਼ੇਬ ਵਰਗੇ ਰਾਜੇ ਹੋਏ। ਉਹਨਾਂ ਨੇ ਫੁਰਨੇ ਸੋਚੇ ਕਿ ਅਸੀਂ ਸਾਰੇ ਜਗਤ 'ਤੇ ਇਸਲਾਮ ਧਰਮ ਪੈਦਾ ਕਰ ਦੇਣਾ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਕਿਹਾ ਸੀ ਔਰੰਗਜ਼ੇਬ ਨੇ, ਕਹਿੰਦਾ ਜੀ ਮੈਂ ਸੰਸਾਰ 'ਤੇ ਇੱਕੋ ਧਰਮ ਕਾਇਮ ਕਰ ਦੇਣਾ। ਇਹ ਦੋ ਬਣੇ ਹੋਏ ਆ, ਹਿੰਦੂ ਅਤੇ ਮੁਸਲਮਾਨ। ਹਿੰਦੂ ਸਾਰੇ ਖਤਮ ਕਰ ਦੇਣੇ। ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਕੀਤੇ ਸਨ ਕਿ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਤੀਸਰਾ ਪੈਦਾ ਹੋ ਜਾਏਗਾ। ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਹੁਣ ਇਹਨਾਂ ਦੋਵਾਂ 'ਚੋਂ ਇੱਕ ਤੀਸਰਾ ਉੱਠੇਗਾ, ਉਹ ਖਾਲਸਾ ਪੰਥ ਪ੍ਰਗਟ ਹੋਏਗਾ। ਅਤੇ ਉਹ ਔਰੰਗਜ਼ੇਬ ਦੀਆਂ ਵੀ ਵਿੱਚ ਹੀ ਰਹਿ ਗਈਆਂ। ਜਿਵੇਂ ਹੁਣ ਦੇ ਰਾਜੇ ਹੈ, ਇਹਨਾਂ ਨੇ ਸੋਚਿਆ ਵੀ ਇੱਦਾਂ ਕਰੋ, ਇੱਦਾਂ ਜ਼ਮੀਨਾਂ ਖੋਹ ਲਓ, ਇਹ ਕਾਨੂੰਨ ਬਣਾ ਦਿਓ, ਇਹਨਾਂ ਦੀਆਂ ਵੀ ਵਿੱਚ ਹੀ ਰਹਿ ਰੂ ਜਾਣੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਦੀਆਂ ਜਿਹੜੀਆਂ ਫੁਰਨੇ ਹਨ, ਮਨ ਦੀਆਂ ਜਿਹੜੀਆਂ ਵਿਚਾਰਾਂ ਹਨ, ਉਹ ਜੀਵ ਦੀਆਂ ਛੇਤੀ ਕੀਤੀਆਂ ਪੂਰੀਆਂ ਨਹੀਂ ਹੁੰਦੀਆਂ। ਕਿਉਂਕਿ ਮਨ ਜਿਹੜਾ ਹੈ ਇਹਨੇ ਹਰ ਸਮੇਂ ਜਿਹੜੀਆਂ ਵਿਚਾਰਾਂ ਹਨ ਉਹ ਪੁੱਠੀਆਂ ਹੀ ਸੋਚਣੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਕੀ ਮਨ ਹੀ ਮਾਹੇ ਰਹੀ। ਜਿਹੜੀਆਂ ਮਨ ਦੀਆਂ ਵਿਚਾਰਾਂ ਹਨ ਜੀਵ ਦੀਆਂ ਕਿ ਪਰਮੇਸ਼ਰ ਦੀ ਬੰਦਗੀ ਸੰਬੰਧੀ, ਇੱਧਰ ਵੀ ਜੀਵ ਇਹੀ ਸੋਚਦਾ ਕਿ ਹੱਲੇ ਤਾਂ ਸਮਾਂ ਬਹੁਤ ਪਿਆ ਹੈ, ਫਿਰ ਨਾਮ ਜਪ ਲਾਂਗੇ, ਹੱਲੇ ਤਾਂ ਕਾਫੀ ਸਮਾਂ ਰਹਿੰਦਾ ਹੈ, ਆਹ ਕੰਮ ਕਰ ਲਈਏ, ਫਿਰ ਆਪਾਂ ਗੁਰਦੁਆਰੇ ਜਾਵਾਂਗੇ। ਇਹ ਜਿਹੜੀਆਂ ਮਨ ਦੀਆਂ ਵਿਚਾਰਾਂ ਹਨ, ਸਤਿਗੁਰੂ ਜੀ ਕਹਿੰਦੇ ਮਨ ਦੇ ਵਿੱਚ ਹੀ ਰਹਿ ਜਾਂਦੀਆਂ। ਅਤੇ ਮਨ ਜਿਹੜਾ ਫਿਰ ਇਹਨੂੰ ਪਰਮੇਸ਼ਰ ਵਾਲੇ ਪਾਸੇ, ਨਾਮ ਸਿਮਰਨ ਬਾਣੀ ਵਾਲੇ ਪਾਸੇ ਆਉਣ ਹੀ ਨਹੀਂ ਦਿੰਦਾ। ਸੰਸਾਰ ਦੇ ਕੰਮ ਹੀ ਨਹੀਂ ਮੁੱਕਣ ਦਿੰਦਾ। ਇੱਕ ਕਰਦਾ ਫਿਰ ਦੂਜਾ ਤੀਜਾ ਹੋਰ ਅੰਦਰੋਂ ਪੈਦਾ ਹੋ ਜਾਂਦਾ ਵੀ ਆਹ ਵੀ ਕਰਨਾ, ਇੱਧਰਲੇ ਪਾਸੇ ਆਉਣ ਨਹੀਂ ਦਿੰਦਾ। ਸਤਿਗੁਰੂ ਜੀ ਕਹਿੰਦੇ ਹਨ ਕਿ ਮਨ ਦੀਆਂ ਜਿਹੜੀਆਂ ਵਿਚਾਰਾਂ ਹਨ ਉਹ ਮਨ ਦੇ ਵਿੱਚ ਹੀ ਰਹਿ ਜਾਂਦੀਆਂ ਹਨ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਸਤਿਗੁਰੂ ਜੀ ਕਹਿੰਦੇ ਇਸ ਮਨ ਦੇ ਮਗਰ ਲੱਗ ਕੇ ਨਾ ਹਰ ਭਜੇ, ਨਾ ਤੇ ਹਰੀ ਪਰਮੇਸ਼ਰ ਦਾ ਭਜਨ ਹੀ ਕੀਤਾ, ਨਾ ਤੀਰਥ ਸੇਵੇ, ਨਾ ਕੋਈ ਤੀਰਥ ਅਸਥਾਨਾਂ 'ਤੇ ਜਾ ਕੇ ਸੇਵਾ ਦਾਨ ਪੁੰਨ ਹੀ ਕੀਤਾ। ਜਿਹੜੇ ਕੋਈ ਤੀਰਥ ਅਸਥਾਨ ਹਨ ਉਹਨਾਂ 'ਤੇ, ਜਿਵੇਂ ਗੁਰਮਤਿ ਦੇ ਅੰਦਰ ਵੀ ਤੀਰਥ ਹਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੀਰਥ ਹੈ। ਇਸੇ ਪ੍ਰਕਾਰ 4 ਧਾਮ ਹਨ ਸਾਡੇ, ਤਰਨ ਤਾਰਨ ਸਾਹਿਬ ਹੈ, ਮੁਕਤਸਰ ਸਾਹਿਬ ਹੈ, ਨਨਕਾਣਾ ਸਾਹਿਬ ਹੈ, ਹਰਿਮੰਦਰ ਸਾਹਿਬ ਹੈ। ਇਹ ਜਿਹੜੇ ਗੁਰੂ ਕੇ ਅਸਥਾਨ ਹਨ ਉੱਥੇ ਜਾ ਕੇ ਵੀ ਕੋਈ ਦਾਨ ਪੁੰਨ, ਕੋਈ ਸੇਵਾ ਨਹੀਂ ਕੀਤੀ ਅਤੇ ਨਾ ਹੀ ਹਰੀ ਪਰਮੇਸ਼ਰ ਦੇ ਨਾਮ ਦਾ ਭਜਨ ਕੀਤਾ। ਚੋਟੀ ਕਾਲ ਗਹੀ। ਅਤੇ ਸਤਿਗੁਰੂ ਜੀ ਕਹਿੰਦੇ ਜਿਹੜੀ ਚੋਟੀ ਹੈ, ਬੋਧੀ ਹੈ, ਉਹ ਕਾਲ ਨੇ ਆ ਕੇ ਫੜ ਲਈ। ਸਮਾਂ ਆ ਗਿਆ, ਉਸ ਨੇ ਆ ਕੇ ਅਤੇ ਸਿਰ ਤੋਂ ਫੜ ਲਿਆ ਇਸ ਨੂੰ। ਚੋਟੀ ਤੋਂ ਫੜਨ ਦਾ ਭਾਵ ਹੈ ਕਿ ਕਿਸੇ ਨੂੰ ਅਧੀਨ ਕਰ ਲੈਣਾ। ਜਿਵੇਂ ਕਿਸੇ ਨੂੰ ਸਿਰ ਤੋਂ ਫੜ ਲਈਏ ਅਤੇ ਉਹਦਾ ਸਾਰਾ ਸਰੀਰ ਅਧੀਨ ਹੋ ਜਾਂਦਾ। ਇਸੇ ਪ੍ਰਕਾਰ ਹੀ ਉਸ ਕਾਲ ਨੇ ਆ ਕੇ ਸਿਰ ਤੋਂ ਇਸ ਨੂੰ ਪਕੜ ਲਿਆ ਅਤੇ ਸਾਰੀ ਇਸ ਦੀ ਜਿੰਦ ਪ੍ਰਾਣ ਜਿਹੜੇ ਆ ਉਹ ਕੱਢ ਲਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਦੀਆਂ ਮਨ ਦੇ ਵਿੱਚ ਹੀ ਰਹਿ ਗਈਆਂ। ਨਾ ਤਾਂ ਹਰੀ ਪਰਮੇਸ਼ਰ ਦਾ ਭਜਨ ਕੀਤਾ, ਨਾ ਕੋਈ ਦਾਨ ਪੁੰਨ ਸੇਵਾ ਸਿਮਰਨ ਕੀਤਾ, ਅਤੇ ਕਾਲ ਨੇ ਆ ਕੇ ਆਪਣੀ ਜਿਹੜੀ ਬਾਜੀ ਸੀ ਉਹ ਪਾ ਦਿੱਤੀ। ਰਹਾਉ ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਸਤਿਗੁਰੂ ਜੀ ਕਹਿੰਦੇ ਦਾਰਾ ਜਿਹੜੀ ਇਸਤਰੀ ਸੀ, ਘਰ ਵਾਲੀ ਸੀ, ਇਸੇ ਪ੍ਰਕਾਰ ਮੀਤ ਮਿੱਤਰ ਸੀ, ਪੂਤ ਜਿਹੜੇ ਸਪੁੱਤਰ ਸਨ, ਅਤੇ ਰਥ ਆਦਿਕ ਜਿਵੇਂ ਪੁਰਾਣੇ ਸਮੇਂ ਦੇ ਅੰਦਰ ਤੁਰਨ ਵਾਸਤੇ ਜਾਣ ਵਾਸਤੇ ਰਥ ਹੁੰਦੇ, ਹੁਣ ਮੋਟਰ ਗੱਡੀਆਂ ਬਣੀਆਂ। ਇਸੇ ਪ੍ਰਕਾਰ ਸੰਪਤ ਜਿਹੜੀ ਵਿਭੂਤੀ ਹੈ, ਜਿੰਨੀ ਪ੍ਰੋਪਰਟੀ ਹੈ, ਧਨ ਜਿੰਨੀ ਮਾਇਆ ਹੈ, ਪੂਰਨ ਸਭ ਮਹੀ। ਅਤੇ ਜਿੰਨੀ ਇਹ ਉਪਜਾਊ ਧਰਤੀ ਹੈ ਜਾਂ ਧਰਤੀ ਦੇ ਹੇਠ ਕੋਈ ਧਨ ਦੱਬਿਆ, ਉਹ ਸਾਰਾ ਕੁਝ ਹੀ ਸਤਿਗੁਰੂ ਜੀ ਕਹਿੰਦੇ ਅਵਰ ਸਗਲ ਮਿਥਿਆ ਇਹ ਜਾਨੋ, ਭਜਨ ਰਾਮ ਕੋ ਸਹੀ। ਸਤਿਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਇਹਨਾਂ ਨੂੰ ਬੜਾ ਹੀ ਸੱਚਾ ਸਮਝ ਲਵੇ ਕਿ ਇਹ ਤਾਂ ਸਦੀਵੀ ਸੁੱਖ ਰਹਿਣ ਵਾਲੇ ਹੈ, ਇਹਨਾਂ 'ਚ ਬੜਾ ਆਨੰਦ ਹੈ, ਇਹਨਾਂ 'ਚ ਹੀ ਮੇਰੀ ਜ਼ਿੰਦਗੀ ਹੈ,
ਤੇ ਸਤਿਗੁਰੂ ਜੀ ਕਹਿੰਦੇ ਅਵਰ ਸਗਲ, ਇਹ ਸਾਰੀਆਂ ਚੀਜ਼ਾਂ ਤੋਂ ਇਲਾਵਾ ਹੋਰ ਜਿੰਨੇ ਜਗਤ ਦੇ ਸੁੱਖ ਹੈ ਸਭ ਮਿਥਿਆ, ਝੂਠੇ ਹੀ ਹੈ। ਉਹ ਸਭ ਜਿਹੜੇ ਹੈ ਸਮਾਂ ਪਾ ਕੇ ਸਾਥ ਛੱਡਣ ਵਾਲੇ ਹੈ। ਸਮੇਂ ਦੇ ਨਾਲ ਸਰੀਰ ਦੀਆਂ, ਪਰਿਵਾਰ ਦੀਆਂ, ਘਰਾਂ ਦੀਆਂ ਲੋੜਾਂ ਹਨ, ਉਹਨਾਂ ਲੋੜਾਂ ਦੀ ਪੂਰਤੀ ਕਰਨੀ ਹੈ। ਲੋੜਾਂ ਦੇ ਅਨੁਸਾਰ ਇਹ ਚੀਜ਼ਾਂ ਬਣੀਆਂ ਹਨ, ਉਹਨਾਂ ਨੂੰ ਵਰਤਣਾ ਹੈ। ਪਰ ਜੇ ਕੋਈ ਉਹਨਾਂ ਦੇ ਵਿੱਚ ਇੰਨਾ ਹੀ ਖਚਿਤ ਹੋ ਜਾਏ ਕਿ ਇਹੀ ਮੇਰੀ ਜ਼ਿੰਦਗੀ ਹੈ, ਇਹੀ ਸਭ ਕੁਝ ਹੈ, ਤੇ ਫਿਰ ਸਤਿਗੁਰੂ ਜੀ ਕਹਿੰਦੇ ਉਹ ਭੁਲੇਖੇ ਦੇ ਅੰਦਰ ਹੈ ਤੇ ਝੂਠੇ ਹੈ, ਕਿ ਛਿਣ ਦੇ ਵਿੱਚ ਸਾਥ ਛੱਡ ਜਾਣਗੇ। ਅਵਰ ਸਗਲ ਮਿਥਿਆ ਇਹ ਜਾਨੋ, ਭਜਨ ਰਾਮ ਕੋ ਸਹੀ। ਜੋ ਰਾਮ ਪਰਮੇਸ਼ਰ ਦਾ ਭਜਨ ਹੈ ਨਾ, ਰਮੇ ਹੋਏ ਦਾ, ਵਾਹਿਗੁਰੂ ਵਾਹਿਗੁਰੂ ਕਰਨਾ ਇਹ ਭਜਨ ਹੈ। ਬਾਣੀ ਪੜ੍ਹਨੀ ਭਜਨ ਹੈ, ਕੀਰਤਨ ਕਰਨਾ ਸੁਣਨਾ ਭਜਨ ਹੈ। ਇਹ ਸਤਿਗੁਰੂ ਜੀ ਕਹਿੰਦੇ ਸਭ ਤੋਂ ਸਹੀ ਹੈ। ਨਿਸ਼ਚੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਹੈ, ਜੇ ਕੋਈ ਇਸ ਧਨ ਨੂੰ ਇਕੱਠਾ ਕਰੇਗਾ ਤੇ ਲੋਕ ਤੇ ਪ੍ਰਲੋਕ ਦੇ ਅੰਦਰ ਉਹਨੂੰ ਕਦੇ ਨਿਰਾਸ਼ਤਾ ਨਹੀਂ ਹੋਏਗੀ। ਇਹ ਜਿਹੜਾ ਧਨ ਹੈ, ਮੰਨ ਲਓ ਕਿਸੇ ਨੇ ਇਕੱਠਾ ਕਰ ਲਿਆ, ਬੜਾ ਜੋੜ ਲਿਆ, ਅਰਬਾਂਪਤੀ ਬਣ ਗਿਆ, ਮਾਇਆਧਾਰੀ ਬਣ ਗਿਆ, ਤੇ ਪਰ ਜਦੋਂ ਮਰ ਗਿਆ ਫਿਰ ਅੱਗੇ ਕਿਹਨੇ ਕੰਮ ਦਿੱਤਾ? ਅੱਗੇ ਕਿਹੜੀ ਚੀਜ਼ ਨੇ ਸਾਥ ਚੱਲਣਾ? ਇਹ ਤੇ ਸਭ ਕੁਝ ਇੱਥੇ ਰਹਿ ਗਿਆ। ਉੱਥੇ ਸਤਿਗੁਰੂ ਜੀ ਕਹਿੰਦੇ ਨਾਮ ਦਾ ਧਨ ਹੈ, ਬੰਦਗੀ ਦਾ ਧਨ ਹੈ, ਜਿਹਨੂੰ ਸਤਿਗੁਰਾਂ ਨੇ ਕਿਹਾ ਕਾਚਾ ਧਨ ਸੰਚਹਿ ਮੂਰਖ ਗਾਵਾਰ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਣ ਆਵੈ ਜਾਏ। ਇੱਕ ਕੱਚਾ ਧਨ ਹੈ, ਇੱਕ ਸੱਚਾ ਧਨ ਹੈ। ਕੱਚਾ ਧਨ ਜਿਹੜਾ ਇਹ ਆਉਂਦਾ ਜਾਂਦਾ ਰਹਿੰਦਾ, ਕਦੇ 4 ਪੈਸੇ ਆ ਗਏ, ਕਦੇ ਚਲੇ ਗਏ। ਪਰ ਸੱਚਾ ਧਨ ਹੈ ਜਿਹੜਾ ਉਹ ਪਰਮੇਸ਼ਰ ਦੇ ਨਾਮ ਦਾ ਹੈ, ਉਹ ਹੈ ਗੁਰੂ ਕੀ ਪਾਵਨ ਗੁਰਬਾਣੀ ਦਾ ਉਪਦੇਸ਼ ਗਿਆਨ। ਇਹ ਜਦੋਂ ਜੀਵ ਕਮਾਉਂਦਾ ਹੈ, ਇਹ ਸੱਚਾ ਧਨ ਹੈ। ਇਹ ਸਤਿਗੁਰੂ ਜੀ ਕਹਿੰਦੇ ਸਹੀ ਮਾਇਨਿਆਂ ਦੇ ਅੰਦਰ ਅਸਲੀ ਧਨ ਹੈ। ਇਹਨੂੰ ਤੂੰ ਇਕੱਠਿਆਂ ਕਰ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਸਤਿਗੁਰੂ ਜੀ ਕਹਿੰਦੇ ਫਿਰਦਿਆਂ ਫਿਰਦਿਆਂ ਕਈ ਜਨਮ ਜਿਹੜੇ ਆ ਤੂੰ ਫਿਰੇ ਆ ਪਿੱਛੇ, 84 ਨੂੰ ਭੋਗ ਕੇ ਫਿਰ ਤੈਨੂੰ ਇਹ ਮਨੁੱਖਾ ਜਨਮ ਜਿਹੜਾ ਇਹ ਦੇਹ ਤੈਨੂੰ ਮਿਲੀ ਹੈ। ਕਈ ਯੁੱਗਾਂ ਦੇ ਅੰਦਰ ਤੂੰ ਜਨਮ ਧਾਰਨ ਕੀਤੇ, ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਬਥੇਰੇ ਜਨਮ ਧਾਰਨ ਕੀਤੇ, ਕੋਈ ਅੰਤ ਹੀ ਨਹੀਂ। ਪਰ ਇਹ ਜੋ ਮਨੁੱਖਾ ਦੇਹ ਸਤਿਗੁਰੂ ਜੀ ਕਹਿੰਦੇ ਪ੍ਰਾਪਤ ਹੋਈ ਹੈ ਨਾ, ਇਹ ਸਭ ਤੋਂ ਦੁਰਲੱਭ ਦੇਹੀ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ 12 ਬਾਰ, ਜਿਉ ਬਨ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲਾਗਹਿ ਡਾਰ। ਸਤਿਗੁਰੂ ਜੀ ਕਹਿੰਦੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਮਨੁੱਖਾ ਦੇਹ ਜਿਹੜੀ ਹੈ ਨਾ, ਇਹ ਸਭ ਤੋਂ ਉੱਤਮ ਤੇ ਦੁਰਲੱਭ ਦੇਹੀ ਹੈ। ਇਹਦੇ ਵਰਗੀ ਹੋਰ ਦੇਹ ਕਿਸੇ ਦੀ ਨਹੀਂ ਹੈ। ਸੰਸਾਰ ਦੇ ਅੰਦਰ ਕਿੰਨੀਆਂ ਜੂਨਾਂ ਹਨ, ਪਸ਼ੂਆਂ ਦੀਆਂ, ਪੰਛੀਆਂ ਦੀਆਂ, ਹੋਰ ਤਰ੍ਹਾਂ ਤਰ੍ਹਾਂ ਦੇ ਜੀਵ, ਫਲ, ਰੁੱਖ, ਕਿੰਨਾ ਕੁਝ ਹੈ। ਪਰ ਸਭ ਦੇ ਉੱਤਮ ਜੇ ਕੋਈ ਹੈ ਤੇ ਉਹ ਮਨੁੱਖਾ ਦੇਹ ਹੈ। ਇਹ ਮਨੁੱਖਾ ਦੇਹ ਦੀ ਬਾਬਤੀ ਸਤਿਗੁਰਾਂ ਨੇ ਬਚਨ ਲਿਖੇ ਹਨ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿਕਦਾਰੀ। ਸਤਿਗੁਰੂ ਜੀ ਕਹਿੰਦੇ ਜਿੰਨੀਆਂ ਬਾਕੀ ਦੀਆਂ ਜੂਨਾਂ ਹਨ ਉਹ ਸਾਰੀਆਂ ਹੀ ਮਨੁੱਖ ਦਾ ਪਾਣੀ ਭਰਦੀਆਂ, ਮਨੁੱਖ ਦੇ ਅਧੀਨ ਹਨ। ਮਨੁੱਖ ਨੇ ਕਿੱਡੇ ਵੱਡੇ ਵੱਡੇ ਹਾਥੀ ਜਿਹੜੇ ਆ, ਕਿੱਡੇ ਬਲ ਵਾਲੇ ਆ, ਉਹ ਵੀ ਅਧੀਨ ਕਰ ਲਏ। ਘੋੜਾ ਕਿੱਡਾ ਤੇਜ਼ ਰਫਤਾਰ ਵਾਲਾ, ਉਹਦੇ 'ਤੇ ਵੀ ਮਨੁੱਖ ਚੜ੍ਹ ਜਾਂਦਾ। ਇਸੇ ਪ੍ਰਕਾਰ ਸ਼ੇਰ ਕਿੱਡਾ ਭਿਆਨਕ ਮੰਨਿਆ, ਉਹਨੂੰ ਵੀ ਬੰਦਾ ਸਰਕਸ 'ਚ ਨਚਾ ਦਿੰਦਾ। ਇਹ ਬੰਦੇ ਦੇ ਦਿਮਾਗ ਦੀ ਕਲਾ ਹੈ। ਸਭ ਤੋਂ ਉੱਤਮ ਤੇ ਮਨੁੱਖ ਹੈ। ਸਤਿਗੁਰੂ ਜੀ ਕਹਿੰਦੇ ਇੰਨੇ ਯੁੱਗ ਧਾਰਨ ਕਰਕੇ ਜੂਨਾਂ ਦੇ ਵਿੱਚ, ਯੁੱਗਾਂ ਦੇ ਵਿੱਚ ਭਟਕਦਿਆਂ ਹੋਇਆਂ ਤੈਨੂੰ ਇਹ ਮਨੁੱਖਾ ਦੇਹ ਜਿਹੜੀ ਹੈ ਇਹ ਪ੍ਰਾਪਤ ਹੋਈ ਹੈ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਸਤਿਗੁਰੂ ਜੀ ਕਹਿੰਦੇ ਇਹ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਮਿਲਣ ਕੀ ਬਰੀਆ, ਇਹ ਪਰਮੇਸ਼ਰ ਦੇ ਨਾਲ ਮਿਲਣ ਦੀ ਵਾਰੀ ਹੈ, ਅਵਸਰ ਹੈ। ਪਰ ਫਿਰ ਵੀ ਤੂੰ ਸਿਮਰਤ ਕਹਾ ਨਹੀਂ, ਫਿਰ ਵੀ ਤੂੰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਿਉਂ ਨਹੀਂ ਕਰਦਾ? ਸਤਿਗੁਰੂ ਜੀ ਕਹਿੰਦੇ ਕਿਉਂ ਨਹੀਂ ਸਿਮਰਨ ਕਰਦਾ? ਜਦੋਂ ਤੈਨੂੰ ਇਹ ਦੇਹ ਬੜੀ ਦੁਰਲੱਭ ਦਿੱਤੀ ਹੈ ਪਰਮੇਸ਼ਰ ਨੇ। ਕਲਯੁਗ ਦੇ ਸਮੇਂ ਦੇ ਅੰਦਰ 10 ਪਾਤਸ਼ਾਹੀਆਂ ਸਾਡੇ ਗੁਰੂ ਹੋਈਆਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਗੁਰੂ ਕੋਈ ਨਹੀਂ। ਸਾਡਾ ਸਿੱਖਾਂ ਦੇ ਘਰਾਂ 'ਚ ਜਨਮ ਹੋ ਗਿਆ, ਪੰਜਾਬ ਦੀ ਧਰਤੀ ਦਾ ਜਨਮ ਹੋ ਗਿਆ।
ਗੁਰੂਆਂ ਪੀਰਾਂ ਦੀ ਧਰਤੀ ਸਾਨੂੰ ਨਸੀਬ ਹੋ ਗਈ। ਇੰਨਾ ਕੁਝ ਮਿਲ ਕੇ ਵੀ ਅਸੀਂ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਫਿਰ ਸਤਿਗੁਰੂ ਜੀ ਕਹਿੰਦੇ ਕਿਉਂ ਨਹੀਂ ਜਪਦੇ, ਦੱਸ ਹੁਣ। ਇਹ ਤੈਨੂੰ ਮਨੁੱਖਾ ਦੇਹ ਮਿਲੀ, ਇੰਨਾ ਕੁਝ ਤੈਨੂੰ ਮਿਲਿਆ, ਪਰ ਸਿਮਰਤ ਕਹਾ ਨਹੀਂ, ਫਿਰ ਵੀ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ। ਇਸ ਕਰਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਆ, ਸਿੱਖਿਆ ਬਖਸ਼ਿਸ਼ ਕਰ ਰਹੇ ਆ ਕਿ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ। ਇਹ ਮਨੁੱਖਾ ਦੇਹ ਤੈਨੂੰ ਵਾਰ-ਵਾਰ ਨਹੀਂ ਮਿਲਣੀ, ਇਹ ਤੈਨੂੰ ਹੁਣ ਪ੍ਰਾਪਤ ਹੋਈ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਪਰਮੇਸ਼ਰ ਦੇ ਨਾਲ ਮਿਲਣ ਦਾ ਅਵਸਰ ਹੈ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨੁੱਖਾ ਜਨਮ ਇੱਕ ਵੱਤਰ ਹੈ, ਅਤੇ ਵੱਤਰ ਆਈ ਪੈਲੀ 'ਚ ਬੀ ਪਾ ਦਈਏ ਉਹ ਫਲਦਾ। ਇਹ ਮਨੁੱਖਾ ਦੇਹ ਦੇ ਅੰਦਰ ਜਿਹੜਾ ਨਾਮ ਜਪ ਲਏਗਾ, ਬੰਦਗੀ ਕਰ ਲਏਗਾ, ਉਹਦਾ ਲੋਕ ਅਤੇ ਪਰਲੋਕ ਸਤਿਗੁਰੂ ਜੀ ਕਹਿੰਦੇ ਸੁਹੇਲਾ ਅਤੇ ਸੁਖੀ ਹੋ ਜਾਏਗਾ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੋਰਠ ਰਾਗ ਦੇ ਅੰਦਰ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਪੜ੍ਹਿਆ, ਸੁਣਿਆ, ਵਿਚਾਰਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਸਾਰੀਆਂ ਵਿਚਾਰਾਂ ਸਾਡੇ ਪੜ੍ਹਨ ਸੁਣਨ ਵਾਲਿਆਂ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਆਪਾਂ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਆਓ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ,